ਗੁਰ ਨਾਨਕ ਅੰਗਦ ਗੁਰੂ। ਅਮਰਦਾਸ ਪਦ ਬੰਦ ਰਾਮਦਾਸ ਅਰਜੁਨ ਗੁਰੂ। ਵਰ ਸ਼੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ। ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ। ਨਮੋ ਚਰਨੇ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ। ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਦਿਜ ਵਿਦਿਆਵਾਨ ਬਖਾਨੈ। ਹਮੇ ਦਿਓ ਸਰਬੰਸ ਮਹਾਨੈ। ਸੁਨ ਦਿਜ ਵਿਦਿਆਵਾਨ ਬਖਾਨੈ। ਹਮੇ ਦੇਹੋ ਸਰਬੰਸ ਮਹਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਤਖਤ ਚਾਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਵਡਭਾਗੀ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸਿੱਖ ਸੰਗਤਾਂ ਸਰਵਣ ਕਰਦੇ। ਕੱਲ੍ਹ ਦੀ ਕਥਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਲਗੀਧਰ ਸਾਹਿਬ ਜੀ ਪਟਨਾ ਸਾਹਿਬ ਦੇ ਲਾਗੇ ਹੀ, ਇਸ ਤਰ੍ਹਾਂ ਕਹਿ ਲਈਏ ਕਿ ਪਟਨਾ ਸਾਹਿਬ ਦੇ ਵਿੱਚ ਹੀ ਪਹਿਲਾ ਡੇਰਾ ਵਿਸ਼ਰਾਮ ਕੀਤਾ। ਬੇਅੰਤ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਕਿ ਚਲੋ ਅੱਜ ਦੀ ਰਾਤ ਇਹਨਾਂ ਦੇ ਦਰਸ਼ਨ ਹੋਰ ਹੋ ਜਾਣਗੇ। ਬਹੁਤ ਸੰਗਤਾਂ ਪਹੁੰਚ ਗਈਆਂ ਉਸ ਸਥਾਨ 'ਤੇ। ਸਤਿਗੁਰੂ ਸਾਹਿਬ ਜੀ ਵੀ ਪਹੁੰਚੇ, ਡੇਰਾ ਲੱਗ ਗਿਆ। ਉੱਥੋਂ ਦੀਆਂ ਜਿਹੜੀਆਂ ਸੰਗਤਾਂ ਸਨ, ਜਿਹੜੇ ਧਨੀ ਪੁਰਸ਼ ਸਨ, ਉਹਨਾਂ ਨੇ ਵੀ ਸੋਚਿਆ ਵੀ ਇਹ
ਸੇਵਾ ਦਾ ਮੌਕਾ ਬਾਰ-ਬਾਰ ਨਹੀਂ ਮਿਲਣਾ। ਉਹਨਾਂ ਨੇ ਰਸਤ ਜਿਹੜੀ ਹੈ ਲਿਆਂਦੀ ਅਤੇ ਜਲ ਪਾਣੀ ਤਿਆਰ ਕਰਨਾ ਕੀਤਾ। ਸਾਰਿਆਂ ਨੂੰ ਕਹਿ ਦਿੱਤਾ ਕਿ ਸਾਰਿਆਂ ਵਾਸਤੇ ਹੀ ਪ੍ਰਸ਼ਾਦਾ ਤਿਆਰ ਹੋਵੇਗਾ, ਕਿਸੇ ਨੇ ਆਪਣਾ ਵੱਖਰਾ ਪ੍ਰਸ਼ਾਦਾ ਤਿਆਰ ਨਹੀਂ ਕਰਨਾ। ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ, ਸਾਰੀਆਂ ਸੰਗਤਾਂ ਨੂੰ ਉਹ ਛਕਾਏ ਗਏ। ਸਾਰਿਆਂ ਨੇ ਛਕੇ, ਬੜੇ ਪਿਆਰ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸਾਰਿਆਂ ਨੇ ਛਕਣਾ ਕੀਤੇ। ਪ੍ਰਸੰਨ ਹੋਏ ਸਾਰੇ ਛਕ ਕੇ। ਕਲਗੀਧਰ ਸਾਹਿਬ ਜੀ ਦੇ ਵਾਸਤੇ ਵੀ ਥਾਲ ਦੇ ਵਿੱਚ ਮਿੱਠਾ, ਚਰਪਟਾ, ਇਸ ਤਰ੍ਹਾਂ ਦੇ ਪਕਵਾਨ ਜਿਹੜੇ ਬਣਾ ਕੇ ਪਰੋਸ ਕੇ ਲਿਆਂਦੇ। ਬੜੇ ਸੋਹਣੇ ਚੌਲ ਬਣਾਏ ਹੋਏ ਨੇ, ਮਿੱਠੇ ਲੂਣ ਵਾਲੇ, ਘਿਓ ਦੇ ਵਿੱਚ ਭੁੰਨ ਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਹ ਪਕਵਾਨ ਛਕੇ, ਮਨ ਭਾਉਂਦੇ, ਪ੍ਰਸੰਨ ਹੋ ਗਏ ਛਕ ਕੇ। ਤੇ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ। ਇੱਕ ਪਹਿਰ ਰਾਤ ਗਈ ਤੱਕ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੇ ਰਹੇ। ਫਿਰ ਸਾਰਿਆਂ ਨੇ ਵਿਸ਼ਰਾਮ ਕੀਤਾ, ਜਥਾ ਸੁਖ ਤਸਾ ਵਿਸ਼ਰਾਮ ਕਰਕੇ ਰਾਤ ਬਤੀਤ ਕੀਤੀ। ਇੱਕ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਠੇ ਨੇ, ਸ਼ੌਚ ਆਦਿਕ ਦੀ ਕਿਰਿਆ, ਇਸ਼ਨਾਨ ਕਰਨਾ ਕੀਤਾ। ਔਰ ਇਸੇ ਤਰ੍ਹਾਂ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਦੇ। ਸਤਿਗੁਰੂ ਸਾਹਿਬ ਜੀ ਨੇ ਤਿਆਰੀ ਕਰਵਾਈ ਇੱਥੋਂ ਚੱਲਣ ਵਾਸਤੇ। ਬਹੁਤੀਆਂ ਸੰਗਤਾਂ ਨੂੰ ਸਤਿਗੁਰੂ ਜੀ ਨੇ ਵਿਦਾ ਕਰਨਾ ਕੀਤਾ ਕਿ ਹੁਣ ਜਾਓ ਤੁਸੀਂ ਵਾਪਸ ਆਪਣੇ ਘਰਾਂ ਨੂੰ। ਸਤਿਗੁਰੂ ਸਾਹਿਬ ਜੀ ਆਪ ਪਾਲਕੀ ਵਿੱਚ ਸੱਜ ਕੇ ਤੇ ਚੱਲ ਪਏ। ਮਾਤਾ ਨਾਨਕੀ ਜੀ ਰਥ 'ਤੇ ਸਵਾਰ, ਮਾਤਾ ਗੁਜਰੀ ਜੀ ਡੋਲੇ ਵਿੱਚ ਸਵਾਰ, ਹੋਰ ਸਾਰਾ ਸਾਜੋ ਸਮਾਨ ਜਿਹੜਾ ਹੈ ਉਹ ਨਾਲ ਲੈਣਾ ਕੀਤਾ। ਔਰ ਫਿਰ ਵੀ ਬੇਅੰਤ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਸਤਿਗੁਰੂ ਜੀ ਨੂੰ ਤੋਰਨ ਵਾਸਤੇ ਗਈਆਂ। ਬਹੁਤੀ ਦੂਰ ਤੱਕ ਗਏ। ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਾਰ-ਬਾਰ ਕਹਿ ਕੇ ਤੇ ਵਾਪਸ ਮੋੜਨਾ ਕੀਤਾ। ਕਈ ਵਾਪਸ ਆਉਂਦੇ ਨੇ ਤੇ ਕਈ ਉੱਥੇ ਖਲੋ ਕੇ ਪਿੱਛਾ ਭੌਂ ਕੇ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰਾ ਕਰਦੇ ਨੇ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਵੀ ਦੇਣਾ ਕੀਤਾ ਸੀ ਕਿ ਜਿਹਦੇ ਮਨ ਵਿੱਚ ਪ੍ਰੇਮ ਦਾ ਬਹੁਤਾ ਉਛਾਲਾ ਆਵੇ ਨਾ, ਜਦੋਂ ਦਿਲ ਕਰੇ ਉਦੋਂ ਹੀ ਆ ਜਾਇਓ ਸ੍ਰੀ ਅਨੰਦਪੁਰ ਸਾਹਿਬ। ਕਿਉਂਕਿ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤੇ ਜੋ ਚਾਹੀਦਾ ਸੀ ਤੁਹਾਡੇ ਕੋਲ ਬੇਨਤੀ ਕਰਦੇ, ਤੁਸੀਂ ਕਿਰਪਾ ਕਰ ਦਿੰਦੇ, ਸਾਨੂੰ ਮਿਲ ਜਾਂਦਾ। ਹੁਣ ਇੰਨੀ ਦੂਰ ਚੱਲੇ ਹੋ, ਹੁਣ ਕਿਹਦੇ ਕੋਲੋਂ ਮੰਗਾਂਗੇ। ਤੇ ਕਲਗੀਧਰ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ ਸੀ, ਕਹਿਣ ਲੱਗੇ ਤੁਸੀਂ ਪਿਆਰ ਦੇ ਨਾਲ ਜਿੱਥੇ ਵੀ ਯਾਦ ਕਰੋਗੇ ਅਸੀਂ ਉੱਥੇ ਹੀ ਹਾਜ਼ਰ ਹੋ ਜਾਵਾਂਗੇ। ਗੁਰੂ ਤੇ ਸਾਰੀਆਂ ਥਾਵਾਂ 'ਤੇ ਹੀ ਹੈ। ਸਾਡੇ ਜਨਮ ਸਥਾਨ ਵਾਲੇ ਸਥਾਨ 'ਤੇ ਜਾ ਕੇ ਧਿਆਨ ਧਾਰਨ ਕਰਕੇ ਅਰਦਾਸ ਕਰੋਗੇ, ਤੁਹਾਡੀਆਂ ਕਾਮਨਾਵਾਂ ਪੂਰਨ ਹੋ ਜਾਣਗੀਆਂ। ਤੇ ਜੇ ਫੇਰ ਵੀ ਮਨ ਦੇ ਵਿੱਚ ਬਹੁਤਾ ਉਛਾਲਾ ਆਵੇ, ਦਰਸ਼ਨਾਂ ਦਾ ਪਿਆਰ ਆਵੇ, ਤੇ ਅਨੰਦਪੁਰ ਸਾਹਿਬ ਆ ਜਾਇਓ, ਉੱਥੇ ਆਣ ਕੇ ਦਰਸ਼ਨ ਕਰ ਲੈਣਾ ਕਰੇ। ਐਸਾ ਪਿਆਰ ਉਹਨਾਂ ਸੰਗਤਾਂ ਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਚੱਲੇ ਔਰ 2 ਪਹਿਰ, ਕਵੀ ਜੀ ਕਹਿੰਦੇ 2 ਪਹਿਰ ਚੱਲਦੇ ਨੇ ਰਸਤੇ 'ਤੇ, ਪੈਂਡਾ ਤੈਅ ਕਰਦੇ ਨੇ, ਫਿਰ ਡੇਰਾ ਲਾ ਲੈਂਦੇ ਹਨ। ਉਹ ਡੇਰਾ ਕਦੀ ਕਿਸੇ ਦੇ ਘਰ ਵਿੱਚ ਵੀ ਹੁੰਦਾ ਹੈ, ਕਦੀ ਕਿਸੇ ਨਗਰ ਵਿੱਚ ਵੀ ਹੁੰਦਾ ਹੈ। ਜੇ ਕੋਈ ਬਹੁਤਾ ਪ੍ਰੇਮੀ ਸਿੱਖ ਆ ਜਾਵੇ ਤਾਂ ਉਹ ਘਰ ਵਿੱਚ ਵੀ ਲੈ ਜਾਂਦਾ ਸਤਿਗੁਰੂ ਜੀ ਨੂੰ। ਇਸ ਤਰ੍ਹਾਂ ਸਤਿਗੁਰੂ ਜੀ ਪੜਾਅ ਕਰਦੇ ਨੇ। ਜਲ ਪਾਣੀ ਤਿਆਰ ਹੁੰਦਾ, ਸਾਰੇ ਛਕਦੇ ਨੇ, ਰਾਤ ਬਤੀਤ ਹੁੰਦੀ, ਫਿਰ ਅੰਮ੍ਰਿਤ ਵੇਲੇ ਉੱਠਦੇ, ਸ਼ੌਚ ਆਦਿਕ ਦੀ ਕਿਰਿਆ, ਇਸ਼ਨਾਨ ਕਰਕੇ ਤਿਆਰ ਹੋ ਕੇ ਚੱਲਦੇ ਨੇ। ਔਰ 2 ਪਹਿਰ ਜਿਹੜਾ ਹੈ ਉਹ ਚੱਲਦੇ ਨੇ, ਪੈਂਡਾ ਤੈਅ ਕਰਦੇ।
ਇਸੇ ਤਰ੍ਹਾਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਹੋਏ, ਬੇਅੰਤ ਸੰਗਤਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕਰਦੇ ਹੋਏ ਚੱਲਦੇ ਹੋਏ ਆ ਰਹੇ ਨੇ। ਔਰ ਸ਼ਿਵਪੁਰੀ ਜਿਹਨੂੰ ਕਹਿੰਦੇ ਆ, ਕਾਂਛੀ ਨਗਰੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਾਂਛੀ ਨਗਰ ਦੇ ਲਾਗੇ ਪਹੁੰਚ ਗਏ। ਇੱਧਰ ਕਾਂਛੀ ਨਗਰ ਵਾਲੀਆਂ ਸੰਗਤਾਂ ਨੂੰ ਪਤਾ ਲੱਗਾ, ਬੜੇ ਪਿਆਰ ਦੇ ਨਾਲ ਗੁਰੂ ਕੇ ਸਿੱਖ ਇਕੱਤਰ ਹੋ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੱਗੋਂ ਲੈਣ ਵਾਸਤੇ, ਸਤਿਗੁਰੂ ਜੀ ਦਾ ਸਤਿਕਾਰ ਕਰਨ ਵਾਸਤੇ ਚੱਲੇ। ਕੁਝ ਭੇਟਾਵਾਂ, ਕੁਝ ਸਮੱਗਰੀ, ਇਸੇ ਤਰ੍ਹਾਂ ਹੀ ਕੁਝ ਮੇਵਿਆਂ ਦੀਆਂ ਡਾਲੀਆਂ ਭਰ ਲਈਆਂ, ਇਕੱਤਰ ਹੋ ਕੇ ਆ ਗਏ। ਨਾਲ ਬਾਣੀ ਦੇ ਸ਼ਬਦ ਪੜ੍ਹਦੇ ਆਉਂਦੇ ਨੇ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਬਾਣੀ ਦੇ ਸ਼ਬਦ ਪੜ੍ਹਦੇ ਨੇ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀ। ਇਸ ਤਰ੍ਹਾਂ ਚੱਲਦੇ ਹੋਏ ਆਏ। ਨਦੀ ਗੰਗਾ ਜਿਹੜੀ ਸੀ, ਬੇੜੀ ਦੇ ਵਿੱਚ ਬੈਠ ਕੇ ਤੇ ਪਾਰ ਕੀਤਾ। ਅੱਗੋਂ ਆਣ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਸਾਰੇ ਬੜੇ ਪਿਆਰ ਦੇ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਨੇ। ਭੇਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਰੱਖਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉੱਥੇ ਉਤਾਰਾ ਕਰਵਾਇਆ, ਡੇਰਾ ਲੱਗ ਗਿਆ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ। ਕਈਆਂ ਨੂੰ ਪਤਾ ਨਹੀਂ, ਉਹ ਪੁੱਛਦੇ ਨੇ। ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸਦੇ, ਮਹਾਰਾਜ ਆਪ ਜੀ ਦੇ ਪਿਤਾ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇੱਥੇ ਆਏ, ਉਹਨਾਂ ਨੇ ਇੱਥੇ ਰਹਿਣਾ ਕੀਤਾ। ਇਸੇ ਤਰ੍ਹਾਂ ਮਾਤਾ ਨਾਨਕੀ ਜੀ ਨੇ ਵੀ ਦੱਸਿਆ, ਕਹਿਣ ਲੱਗੇ ਵੀ ਤੁਹਾਡੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ। ਸੰਗਤਾਂ ਨੇ ਬਹੁਤਾ ਪਿਆਰ ਕੀਤਾ। ਜਦੋਂ ਤੁਰਨ ਲੱਗਦੇ ਤੇ ਸੰਗਤਾਂ ਫਿਰ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਰੋਕ ਲੈਂਦੀਆਂ। ਇਸੇ ਤਰ੍ਹਾਂ ਤੁਹਾਡੇ ਨਾਲ ਵੀ ਇੱਥੇ ਪਿਆਰ ਬਹੁਤਾ ਕਰਨਗੇ ਸਿੱਖ, ਅਤੇ ਜਿਵੇਂ ਤੁਹਾਡਾ ਦਿਲ ਕਰਦਾ ਹੈ ਉਸੇ ਤਰ੍ਹਾਂ ਹੀ ਤੁਸੀਂ ਇੱਥੇ ਰਹਿਣਾ ਕਰੋ। ਇਹ ਸੰਗਤਾਂ ਬੜੀਆਂ ਪਿਆਰ ਵਾਲੀਆਂ ਹਨ। ਇਸ ਤਰ੍ਹਾਂ ਮਾਤਾ ਜੀ ਨੇ ਵੀ ਕਿਹਾ। ਅਤੇ ਕਾਂਛੀ ਨਗਰ ਤੋਂ ਬਾਹਰ ਜਿਹੜਾ ਹੈ, ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੇਰਾ ਜਿਹੜਾ ਉੱਥੇ ਲਾ ਲੈਣਾ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਸੰਗਤਾਂ ਬੜੇ ਪਿਆਰ ਦੇ ਨਾਲ ਆਣ ਕੇ ਮਿਲੀਆਂ। ਸੁੰਦਰ ਪਲੰਘਾ ਗੁਰੂ ਸਾਹਿਬ ਜੀ ਦੇ ਵਾਸਤੇ ਲੈ ਕੇ ਆਏ। ਉਹਦੇ ਉੱਪਰ ਸੁੰਦਰ ਬੜੇ ਚਿੱਟੇ ਰੰਗ ਦੀ ਵਿਛਾਈ ਜਿਹੜੀ ਹੈ ਉਹ ਕਰਨਾ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੂੰ ਉੱਥੇ ਬਿਠਾਇਆ। ਸੰਗਤਾਂ ਬੜੇ ਪਿਆਰ ਦੇ ਨਾਲ ਭੇਟਾ ਅਰਪਣ ਕਰਦੀਆਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਕਰਦੀਆਂ, ਅਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹਨ। ਸਤਿਗੁਰੂ ਸਾਹਿਬ ਜੀ ਦੀ ਸੁੰਦਰ ਸੂਰਤ ਮੂਰਤ ਦੇ ਦਰਸ਼ਨ ਕਰਦੇ ਨੇ ਔਰ ਬੜਾ ਸਿਫਤ ਸਲਾਘਾ ਕਰਦੇ ਆਪਸ ਦੇ ਵਿੱਚ ਕਿ ਇਹ ਵੱਡੇ ਹੋ ਕੇ ਮਹਾਨ ਯੋਧੇ ਸੂਰਬੀਰ ਹੋਣਗੇ, ਇਹਨਾਂ ਦੇ ਮੁਖ 'ਤੇ ਬਹੁਤਾ ਪ੍ਰਤਾਪ ਹੈ ਔਰ ਇਸ ਤਰ੍ਹਾਂ ਇਹ ਭਲਾ ਕਰਨ ਵਾਲੇ ਹੋਣਗੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲ ਇੱਕ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ, ਇੱਕ ਦਰਸ਼ਨ ਕਰ ਕਰਕੇ ਵਾਪਸ ਘਰਾਂ ਨੂੰ ਜਾ ਰਹੀਆਂ ਹਨ। ਸੰਧਿਆ ਤੱਕ, ਸ਼ਾਮਾਂ ਤੱਕ ਬਹੁਤਾ ਮੇਲਾ ਜਿਹੜਾ ਲੱਗਾ ਰਿਹਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਰਾਤ ਦੇ ਸਮੇਂ ਜਿਹੜੀ ਦੇਗ ਤਿਆਰ ਹੋਈ ਹੈ, ਸੰਗਤਾਂ ਨੇ ਸਾਰੀ ਰਸਤ ਜਿਹੜੀ ਹੈ ਲਿਆ ਕੇ ਦੇਣਾ ਕੀਤੀ। ਚੌਲ ਲਿਆਂਦੇ ਹਨ, ਘਿਓ ਲੈ ਕੇ ਆਏ, ਮਿੱਠਾ ਲੈ ਕੇ ਆਏ, ਜਿੰਨੀਆਂ ਕੁ ਵਸਤੂਆਂ ਚਾਹੀਦੀਆਂ ਸਨ ਲੰਗਰ ਦੇ ਖਰਚੇ ਵਾਸਤੇ ਉਹ ਸਾਰੀਆਂ ਲੈ ਕੇ ਆਉਣਾ ਕੀਤੀਆਂ ਨੇ। ਨਾਨਾ ਤਰ੍ਹਾਂ ਦੇ ਸੁੰਦਰ ਪਕਵਾਨ ਪਦਾਰਥ ਜਿਹੜੇ ਨੇ ਤਿਆਰ ਹੋਏ, ਬਹੁਤ ਸਾਰੇ ਮੇਵੇ ਆਦਿਕ ਉਹਨਾਂ ਵਿੱਚ ਪਾਏ। ਸਤਿਗੁਰੂ ਸਾਹਿਬ ਜੀ ਨੂੰ ਵੀ ਪ੍ਰਸ਼ਾਦਾ ਛਕਾਇਆ, ਮਨ ਭਾਉਂਦਾ ਪ੍ਰਸ਼ਾਦਾ ਸਤਿਗੁਰੂ ਜੀ ਨੇ ਛਕਿਆ। ਇਸੇ ਤਰ੍ਹਾਂ ਮਾਤਾਵਾਂ ਨੇ, ਜਿੰਨੇ ਸੇਵਕ ਸਤਿਗੁਰੂ ਜੀ ਦੇ ਨਾਲ ਸਨ, ਸਾਰਿਆਂ ਨੇ ਰੱਜ ਜਾਣਾ ਕੀਤਾ, ਪ੍ਰਸ਼ਾਦਾ ਛਕ ਕੇ ਪ੍ਰਸੰਨ ਹੋਏ ਸਾਰੇ।
ਫਿਰ ਜਥਾ ਸੁਖ ਜਿਹੜਾ ਸੀ ਉਹ ਸੌਂ ਕੇ ਰਾਤ ਬਤੀਤ ਕਰਨਾ ਕੀਤੀ। ਜਦੋਂ ਇੱਕ ਪਹਿਰ ਰਾਤ ਬਾਕੀ ਰਹਿ ਗਈ, ਉਸ ਵੇਲੇ ਸਤਿਗੁਰੂ ਸਾਹਿਬ ਜੀ ਉੱਠੇ। 100 ਚਾਦਕ ਦੀ ਕਿਰਿਆ ਇਸ਼ਨਾਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਨਾ ਕੀਤਾ ਔਰ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰਨ ਵਾਸਤੇ ਬੇਅੰਤ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਕੋਲ ਆਉਂਦੀਆਂ। ਬਹੁਤ ਸਾਰੇ ਬ੍ਰਾਹਮਣ ਜਿਹੜੇ ਹਨ ਉਹਨਾਂ ਨੂੰ ਪਤਾ ਲੱਗਾ, ਉਹ ਵੀ ਆਏ ਸਤਿਗੁਰੂ ਸਾਹਿਬ ਜੀ ਦੇ ਕੋਲ, ਨਮਸਕਾਰਾਂ ਕਰਕੇ ਸੀਸ ਨਿਵਾਉਂਦੇ ਹਨ। ਸਤਿਗੁਰੂ ਜੀ ਦੇ ਕੋਲ ਬੈਠੇ ਬੜੀ ਖੁਸ਼ੀ ਦੇ ਨਾਲ ਕਹਿਣ ਲੱਗੇ ਕਿ ਤੁਹਾਡੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਆਏ ਔਰ ਉਹਨਾਂ ਨੇ ਸਾਨੂੰ ਇਸ ਤੀਰਥ ਦੇ ਪ੍ਰੋਹਤ ਬਣਾਇਆ, ਬਹੁਤਾ ਦਾਨ ਸਾਨੂੰ ਦੇਣਾ ਕੀਤਾ। ਅਸੀਂ ਤੇ ਉਡੀਕ ਕਰਦੇ ਰਹਿੰਦੇ ਹਾਂ ਵੀ ਕਦੋਂ ਆਉਣ ਸੋਢੀਆਂ ਦੀ ਕੁੱਲ ਦੇ ਵਿੱਚੋਂ ਕੋਈ ਔਰ ਸਾਨੂੰ ਕੋਈ ਦਾਨ ਦਕਸ਼ਨਾ ਜਿਹੜੀ ਹੈ ਉਹ ਦੇ ਕਰਕੇ ਰਜਾਉਣਾ ਕਰਨ। ਹੋਰ ਕਿਸੇ ਤੋਂ ਅਸੀਂ ਜਾਚਨਾ ਨਹੀਂ ਕਰਦੇ, ਮੰਗਦੇ ਨਹੀਂ। ਜਗਤ ਦੇ ਵਿੱਚ ਤੁਸੀਂ ਸ਼੍ਰੋਮਣੀ ਹੋ, ਪੂਜਣਯੋਗ ਹੋ, ਤੁਹਾਡੇ ਸਮਾਨ ਹੋਰ ਕੋਈ ਨਹੀਂ ਜਾਣਿਆ ਜਾਂਦਾ। ਇਸ ਕਰਕੇ ਅਸੀਂ ਵੀ ਆਪਣੇ ਆਪ ਨੂੰ ਕੁਝ ਧੰਨ ਕਹਿੰਦੇ ਹਾਂ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡਾ ਦਰਸ਼ਨ ਕਰਕੇ ਸਭ ਕੁਝ ਪ੍ਰਾਪਤ ਕਰਦੇ। ਇਸ ਤਰ੍ਹਾਂ ਇਹਨਾਂ ਦੀ ਗੱਲ ਸੁਣ ਕੇ ਨਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਦੇ, ਕਹਿੰਦੇ ਵੀ ਕੀ ਮੰਗਦੇ ਹੋ ਤੁਸੀਂ, ਸਾਨੂੰ ਦੱਸ ਦੇਣਾ ਕਰੋ। ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਕਿ ਤੁਸੀਂ ਕੀ ਮੰਗਦੇ ਹੋ ਸਾਨੂੰ ਦੱਸਣਾ ਕਰੋ, ਜੋ ਤੁਹਾਡੇ ਲੈਣ ਦੀ, ਜੋ ਤੁਹਾਡੇ ਮਨ ਵਿੱਚ ਇੱਛਾ ਹੈ ਕੋਈ ਚੀਜ਼ ਵਸਤੂ ਲੈਣ ਦੀ, ਉਹ ਸਾਨੂੰ ਦੱਸਣਾ ਕਰੋ, ਕੋਈ ਪਰਵਾਹ ਨਾ ਕਰੋ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਇਹ ਸ਼ਿਵਾਂ ਦੀ ਨਗਰੀ, ਇੱਥੇ ਤੁਹਾਡਾ ਵਾਸਾ ਹੈ, ਸ਼ਾਸਤਰ ਵਿਦਿਆ ਦੇ ਤੁਸੀਂ ਗਿਆਤੇ ਹੋ। ਇਸ ਤਰ੍ਹਾਂ ਕਲਗੀਧਰ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਨੇ। ਇਹ ਕੱਲ੍ਹ ਦੀ ਕਥਾ ਦੇ ਵਿੱਚ ਪ੍ਰਸੰਗ ਆਇਆ। ਇਸ ਤੋਂ ਅੱਗੇ ਅੱਜ ਦੀ ਕਥਾ ਦੇ ਵਿੱਚ ਜਿਵੇਂ ਸਤਿਗੁਰੂ ਸਾਹਿਬ ਜੀ ਇਹਨਾਂ ਬ੍ਰਾਹਮਣਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਵਸਤੂਆਂ ਦਿੰਦੇ ਨੇ ਔਰ ਕੁਝ ਸਮਾਂ ਇੱਥੇ ਬਤੀਤ ਕਰਨਗੇ, ਫਿਰ ਸਤਿਗੁਰੂ ਜੀ ਇੱਥੋਂ ਚਾਲਾ ਪਾਉਣਗੇ। ਇਹ ਪ੍ਰਸੰਗ ਅੱਜ ਦੀ ਕਥਾ ਦੇ ਵਿੱਚ ਕਵੀ ਜੀ ਬਿਆਨ ਕਰਨਗੇ। ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰੂ ਜੀ ਸਰਵਣ ਕਰਨਾ ਹੈ। ਸਰਬੱਤ ਸੰਗਤਾਂ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਦਿਜ ਵਿਦਿਆਵਾਦ ਬਖਾਨੈ। ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਬਚਨ ਸੁਣ ਕੇ ਨਾ ਉਹ ਵਿਦਿਆਵਾਨ ਜਿਹੜੇ ਵਿਦਿਆ ਦੇ ਗਿਆਤਾ ਬ੍ਰਾਹਮਣ ਹਨ ਉਹ ਕਹਿਣ ਲੱਗੇ ਹਨ, ਭਾਵੇਂ ਦਿਓ ਸਰਬੰਸ ਮਹਾਨੈ। ਕਹਿਣ ਲੱਗੇ ਜੀ ਸਾਨੂੰ ਸਰਬੰਸੀ ਜਿਹੜਾ ਉਹ ਦਾਨ ਕਰ ਦੇਣਾ ਕਰੋ। ਦੈਵ ਜੋਗ ਆਗਮਨ ਤੁਮਾਰਾ। ਇਹ ਤੇ ਕੁਦਰਤੀ ਸਬੱਬ ਬਣ ਗਿਆ ਕਿ ਤੁਹਾਡਾ ਆਉਣਾ ਹੋਇਆ ਇੱਧਰ ਨੂੰ। ਜਾਤੇ ਜਾਚੇ ਦਾਨ ਉਧਾਰਾ। ਇਸ ਕਰਕੇ ਅਸੀਂ ਆਪ ਜੀ ਦੇ ਕੋਲੋਂ ਬਹੁਤਾ ਵੱਡਾ ਦਾਨ ਜਿਹੜਾ ਉਹ ਮੰਗਦੇ ਹਾਂ। ਸਭ ਸਤਿਗੁਰ ਬਾਣੀ ਤਿਮ ਮਾਨੀ। ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਗੱਲ ਮੰਨ ਲੈਣਾ ਕੀਤੀ ਹੈ। ਇਹ ਸਰਬੰਸ ਜੋ ਵਸਤ ਮਹਾਨੀ। ਜੋ ਵਸਤੂਆਂ ਸਨ ਕੋਲ ਸਤਿਗੁਰੂ ਜੀ ਨੇ ਦੇ ਦੇਣਾ ਕੀਤੀਆਂ ਇਹਨਾਂ ਨੂੰ। ਸੁਨਤ ਮੋਦ ਬਿਪਰਨ ਕੀ ਹੋਵਾ। ਇਸ ਤਰ੍ਹਾਂ ਸੁਣ ਕਰਕੇ ਨਾ ਬਹੁਤੀ ਖੁਸ਼ੀ ਇਹਨਾਂ ਬ੍ਰਾਹਮਣਾਂ ਦੇ ਮਨ ਵਿੱਚ ਹੋਈ ਹੈ। ਮਹਾ ਉਦਾਰ ਪ੍ਰਭੂ ਕਹੋ ਜੋਆ। ਬਹੁਤੇ ਉਦਾਰ ਹਿਰਦੇ ਵਾਲੇ ਕਲਗੀਧਰ ਸਾਹਿਬ ਜੀ ਨੂੰ ਜਾਣਿਆ ਵੀ ਬਹੁਤੇ ਉਦਾਰ ਸਖੀ ਚਿੱਤ ਬਹੁਤੇ ਉਦਾਰ ਹਿਰਦੇ ਵਾਲੇ ਹਨ। ਜੈਸੋ ਜਲ ਬੰਸ ਉਦਾਰਾ। ਜਿਸ ਤਰ੍ਹਾਂ ਦਾ ਇਹਨਾਂ ਦਾ ਉੱਜਲ ਬੰਸ ਹੈ ਸੰਸਾਰ ਦੇ ਅੰਦਰ ਸੋਢੀ ਬੰਸ। ਤੈਸੋ ਸੋਠਾ ਸਰੂਪ ਅਵਤਾਰਾ। ਉਸੇ ਤਰ੍ਹਾਂ ਹੀ ਇਹਨਾਂ ਦਾ ਅਵਤਾਰੀ ਜੋ ਸਰੂਪ ਬੜਾ ਸੁੰਦਰ ਸਰੂਪ ਹੈ। ਜਿਮ ਸਰੂਪ ਤਿਮ ਮਤ ਹੈ ਉਚੇ। ਤੇ ਜਿਵੇਂ ਇਹਨਾਂ ਦਾ ਸਰੂਪ ਬੜਾ ਸੋਹਣਾ ਉਸੇ ਤਰ੍ਹਾਂ ਹੀ ਇਹਨਾਂ ਦੀ ਮੱਤ ਬੜੀ ਉੱਚੀ ਹੈ। ਜੈਸੀ ਮਤ ਤਿਮਾ ਗੁਣ ਬਹੁ ਸੂਚੇ। ਤੇ ਜਿਸ ਤਰ੍ਹਾਂ ਦੀ ਇਹਨਾਂ ਦੀ ਮੱਤ ਹੈ ਨਾ ਉਸੇ ਤਰ੍ਹਾਂ ਦੇ ਇਹਨਾਂ ਦੇ ਅੰਦਰ ਬੜੇ ਸੁੰਦਰ ਗੁਣ ਹਨ, ਬੜੇ ਸੁੱਚੇ। ਆਦਿ ਉਦਾਰ ਸੂਰਤਾ ਲਹੇ। ਇਸ ਤਰ੍ਹਾਂ ਉਦਾਰਤਾ
ਤੇ ਸੂਰਤਾ ਤੋਂ ਆਦਿਕ ਬਹੁਤੇ ਗੁਣ ਹਨ ਇਹਨਾਂ ਦੇ ਅੰਦਰ। ਬਾਲਕ ਬੈ ਮੈਂ ਇਸ ਬਿਦ ਹੈ। ਇਹ ਬਾਲ ਅਵਸਥਾ ਵਿੱਚ ਨੇ ਤੇ ਬਾਲ ਅਵਸਥਾ ਵਿੱਚ ਹੀ ਐਸੇ ਗੁਣੀ ਹਨ। ਤਬ ਸ਼੍ਰੀ ਸਤਿਗੁਰ ਗੰਗਾ ਤੀਰ। ਉਸ ਵੇਲੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਗੰਗਾ ਦੇ ਕੰਢੇ ਤੇ ਗਮਨੇ ਸੰਗ ਦਿਜਨ ਕੀ ਭੀਰ। ਚੱਲੇ ਹਨ ਸਤਿਗੁਰੂ ਜੀ ਨਾਲ। ਬ੍ਰਾਹਮਣਾਂ ਦੀ ਭੀੜ ਹੈ ਬਹੁਤੀ। ਕਰ ਇਸ਼ਨਾਨ ਕੋ ਬੰਸਮ ਤੰਸ। ਇਸ ਤਰ੍ਹਾਂ ਇਸ਼ਨਾਨ ਕਰਨਾ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਦੀਨ ਸਦਾਨ ਤਬੈ ਸਰਬੰਸ। ਉਸ ਵੇਲੇ ਇਹਨਾਂ ਬ੍ਰਾਹਮਣਾਂ ਨੂੰ ਸਭ ਕੁਝ ਦਾਨ ਕਰ ਦੇਣਾ ਕੀਤਾ। ਵਿਕਰਨ ਬਹੁ ਆਨੰਦ ਕੋ ਪਾਏ। ਇਹ ਬ੍ਰਾਹਮਣ ਜਿਹੜੇ ਸਨ ਬੜਾ ਖੁਸ਼ ਹੋਏ ਹਨ, ਬਹੁਤਾ ਪ੍ਰਸੰਨ ਹੋਏ ਹਨ ਦਾਨ ਲੈ ਕੇ। ਲੈ ਸਭ ਵਸਤ ਦਰਬ ਸਮੁਦਾਏ। ਇਸ ਤਰ੍ਹਾਂ ਸਾਰੀਆਂ ਵਸਤੂਆਂ ਇਹ ਮਾਇਆ ਆਦਿਕ ਲੈ ਲੈਣਾ ਕੀਤਾ ਇਹਨਾਂ ਨੇ ਸਤਿਗੁਰੂ ਜੀ ਦੇ ਕੋਲੋਂ। ਉਸਤਤ ਕਰੀ ਅਨੇਕ ਪ੍ਰਕਾਰਾ। ਤੇ ਅਨੇਕ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਉਸਤਤ ਕਰਦੇ ਹਨ। ਲੈ ਕਰ ਗਮਨੇ ਕਈ ਹਜ਼ਾਰਾ। ਇਸ ਤਰ੍ਹਾਂ ਕਈ ਹਜ਼ਾਰਾਂ ਹੀ ਜਿਹੜੇ ਹਨ ਲੈ ਕੇ ਗਏ ਹਨ। ਸਗਰੀ ਪੁਰੀ ਰੁਦਰ ਕੀ ਬੀਚ। ਇਸ ਤਰ੍ਹਾਂ ਇਹ ਸਾਰਾ ਜਿਹੜਾ ਨਗਰ ਹੈ ਸ਼ਿਵਾਂ ਦਾ, ਜੋ ਕਾਂਚੀ ਨਗਰ ਹੈ, ਕੀਰਤ ਕਰਤਾ ਉਚਿਆਰ ਨੀਚ। ਸਾਰੇ ਉੱਚੇ ਨੀਵੇਂ ਵੱਡੇ ਛੋਟੇ ਜਿੰਨੇ ਵੀ ਨੇ ਉਹ ਸਾਰੇ ਕਲਗੀਧਰ ਸਾਹਿਬ ਜੀ ਦੀ ਕੀਰਤੀ ਕਰਦੇ, ਜਸ ਕਰਦੇ ਹਨ। ਜਬ ਗੁਰ ਸਭ ਕਿਛ ਦੀਨੋ ਦਾਨ। ਜਦੋਂ ਇਸ ਤਰ੍ਹਾਂ ਕਲਗੀਧਰ ਸਾਹਿਬ ਜੀ ਨੇ ਸਭ ਕੁਝ ਦਾਨ ਕਰ ਦੇਣਾ ਕੀਤਾ ਹੈ। ਸੰਗਤ ਗਨ ਮਸੰਦ ਸੁਨ ਕਾਨ। ਸਾਰੀਆਂ ਸੰਗਤਾਂ ਤੇ ਜਿੰਨੇ ਮਸੰਦ ਸਨ ਉਹਨਾਂ ਨੇ ਇਹ ਗੱਲ ਸੁਣਨਾ ਕੀਤੀ ਜਿਸ ਵਕਤ। ਵਸਤਾ ਬਟੋਰਨ ਕੀਨ ਕਨੇਰੀ। ਸਾਰੀਆਂ ਸੰਗਤਾਂ ਨੇ ਫੇਰ ਬਹੁਤੀਆਂ ਵਸਤੂਆਂ ਇਕੱਤਰ ਕਰਨਾ ਕੀਤੀਆਂ ਹਨ। ਕਨੇ ਬਸਤਰ ਆਨੇ ਦਿਸ ਬੈਰੀ। ਬਹੁਤ ਸਾਰੇ ਬਸਤਰ ਜਿਹੜੇ ਨੇ ਉਸ ਵੇਲੇ ਲੈ ਆਉਣਾ ਕੀਤੇ ਹਨ। ਦਰਜੀ ਲਿਆਏ ਸਵਾਵਨ ਸਦਾਵਨ ਕਰੇ। ਇਸ ਤਰ੍ਹਾਂ ਦਰਜੀ ਲਿਆ ਕਰਕੇ ਤੇ ਉਹ ਬਸਤਰ ਜਿਹੜੇ ਸਨ ਸਵਾਉਣਾ ਕੀਤੇ ਨੇ। ਵਾਹਨ ਮੋਲ ਅਨਭੋ ਕਰੇ। ਔਰ ਬਹੁਤ ਸਾਰੇ ਵਾਹਨ ਜਿਹੜੇ ਨੇ ਉਹ ਮੁੱਲ ਲੈ ਕੇ ਆਉਣਾ ਕੀਤੇ ਹਨ। ਦਿਨ ਕੇ ਤਕਾਇਮ ਬੀਤੇ ਜਬੈ। ਜਦੋਂ ਇਸ ਤਰ੍ਹਾਂ ਕੁਝ ਕੁ ਦਿਨ ਬਤੀਤ ਹੋ ਗਏ ਕਲਗੀਧਰ ਸਾਹਿਬ ਜੀ ਨੂੰ, ਨਿਗਟ ਨਿਗਟ ਕੋ ਸੁਧ ਪਸਰੀ ਤਬੈ। ਕਾਂਚੀ ਦੇ ਲਾਗੇ ਲਾਗੇ ਚਾਰ ਚਫੇਰੇ ਸਤਿਗੁਰੂ ਜੀ ਦੇ ਆਉਣ ਦੀ ਖਬਰ ਜਿਹੜੀ ਹੈ ਫੈਲ ਗਈ ਹੈ। ਜੌਨਪੁਰੇ ਕੀ ਸੰਗਤ ਆਈ। ਉਸ ਵੇਲੇ ਜੌਨਪੁਰੇ ਦੀ ਸੰਗਤ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਆਣ ਪਹੁੰਚੀ ਹੈ। ਗੁਰ ਕੀ ਕਾਰ ਦਰਬ ਗਨ ਲਿਆਈ। ਗੁਰੂ ਸਾਹਿਬ ਜੀ ਦੀ ਕਾਰ ਭੇਟਾ ਉਹਨਾਂ ਸਿੱਖਾਂ ਨੇ ਇਕੱਤਰ ਕੀਤੀ, ਬਹੁਤੀ ਮਾਇਆ ਸੰਗਤ ਲੈ ਕੇ ਆਈ ਹੈ। ਜੋ ਪ੍ਰੇਮੀ ਗੁਰ ਬਖਸ਼ ਮਸੰਦ। ਜਿਹੜੇ ਪ੍ਰੇਮੀ ਸਨ ਗੁਰਬਖਸ਼ ਮਸੰਦ ਤੋਂ ਆਦਿਕ। ਸਭ ਮੈਂ ਮੁਖ ਧਰ ਆਏ ਆਨੰਦ। ਸਾਰਿਆਂ ਦੇ ਵਿੱਚ ਮੁਖੀ ਹੈ ਗੁਰਬਖਸ਼ ਮਸੰਦ। ਬੜਾ ਆਨੰਦ ਧਾਰਨ ਕਰਕੇ ਬਹੁਤੀ ਖੁਸ਼ੀ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਆਇਆ ਸੰਗਤਾਂ ਨੂੰ। ਗਾਵਤ ਸ਼ਬਦ ਹਜੂਰ ਪਹੁੰਚੇ। ਇਸ ਤਰ੍ਹਾਂ ਬਾਣੀ ਦੇ ਸ਼ਬਦ ਗਾਉਂਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ, ਕੀਰਤਨ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਹਜੂਰ ਆਣ ਪਹੁੰਚੇ ਹਨ। ਸੁਣੇ ਅਨੇਕ ਰਾਗ ਹੋਰ ਉਚੇ। ਸਾਰੇ ਸੁਣਦੇ ਹਨ ਬੜੇ ਸੁੰਦਰ ਰਾਗ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਰਾਗੀ ਸਿੰਘ ਕੀਰਤਨ ਕਰਦੇ ਹਨ। ਕਰ ਦਰਸ਼ਨ ਕੋ ਅਰਪੇ ਅਕੋਰ। ਇਸ ਤਰ੍ਹਾਂ ਦਰਸ਼ਨ ਕੀਤਾ ਆਣ ਕੇ ਸੰਗਤਾਂ ਨੇ ਗੁਰੂ ਸਾਹਿਬ ਜੀ ਦਾ
ਔਰ ਭੇਟਾ ਅਰਪਣ ਕਰਨਾ ਕੀਤੀ ਹੈ। ਬੰਦਤ ਹੈ ਪੱਗ ਜੁਗ ਕਰ ਜੋਰ। ਇਸ ਤਰ੍ਹਾਂ ਦੋਵੇਂ ਹੱਥ ਜੋੜ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਕਰੀ ਕਾਮਨਾ ਜਾਜੇ ਜੋਏ। ਔਰ ਜੋ ਵੀ ਕਿਸੇ ਨੇ ਕਾਮਨਾ ਕੀਤੀ, ਜੋ ਵੀ ਕਿਸੇ ਨੇ ਮੰਗਿਆ ਹੈ, ਪੂਰਤ ਭਏ ਪ੍ਰਭੂ ਤਬ ਸੋਏ। ਜਾਂ ਇਸ ਤਰ੍ਹਾਂ ਕਹਿ ਲਈਏ, ਜੋ ਵੀ ਕਿਸੇ ਨੇ ਕਾਮਨਾ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਮੰਗਣਾ ਕੀਤਾ, ਸਤਿਗੁਰੂ ਸਾਹਿਬ ਜੀ ਉਹਨਾਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਹਨ। 3 ਦਿਵਸ ਗੁਰ ਕੇ ਟਿਕ ਰਹੇ। 3 ਦਿਨ ਇਹ ਜੌਨਪੁਰੇ ਦੀ ਸੰਗਤ ਸਤਿਗੁਰੂ ਸਾਹਿਬ ਜੀ ਦੇ ਕੋਲ ਰਹੀ, ਗੁਰੂ ਸਾਹਿਬ ਜੀ ਦਾ ਦਰਸ਼ਨ ਕਰਦੀ ਰਹੀ। ਜਥਾ ਜੋਗ ਸਿਰ ਪਾਉ ਸੋ ਲਹੇ। ਫਿਰ ਜਥਾ ਜੋਗ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸਿਰੋਂ ਪਾਉ ਦਿੱਤੇ, ਬਖਸ਼ਿਸ਼ ਕੀਤੀ। ਬਾਲ ਅਰਬਲ ਸੁੰਦਰ ਸੂਰਤ। ਤੇ ਵਡਿਆਈ ਕਰਦੇ ਕਲਗੀਧਰ ਸਾਹਿਬ ਜੀ ਦੀ ਵੀ ਬਾਲ ਅਵਸਥਾ ਇਹਨਾਂ ਦੀ ਔਰ ਸੂਰਤ ਬੜੀ ਸੁੰਦਰ ਹੈ। ਰਚੀ ਵਿਧਾਤੇ ਸਭ ਗੁਣ ਮੁਪੂਰਤ। ਇਹ ਵਿਧਾਤਾ ਪਰਮੇਸ਼ਰ ਨੇ ਆਪ ਹੀ ਰਚਨਾ ਕੀਤੀ ਇਹਨਾਂ ਦੀ ਸੁੰਦਰ ਸੂਰਤੀ, ਜੋ ਸੋਹਣੀ ਸਾਰੇ ਗੁਣਾਂ ਦੀ ਵਿੱਚ ਪਰਿਪੂਰਨ ਹਨ। ਇਤੇ ਆਦਿਕ ਬਹੁ ਕਰਤ ਪ੍ਰਸ਼ੰਸਾ। ਇਸ ਤੋਂ ਆਦਿਕ ਬਹੁਤੀ ਪ੍ਰਸ਼ੰਸਾ, ਬਹੁਤਾ ਜਸ ਕਲਗੀਧਰ ਸਾਹਿਬ ਜੀ ਦਾ ਕਰਦੇ ਹਨ। ਹੋਏ ਹੈ ਛੋੜ ਬੰਸ ਅਵਤੰਸਾ। ਇਹ ਸੋਢੀਆਂ ਦੀ ਬੰਸ ਦੇ ਸੂਰਜ ਸਮਾਨ ਹਨ। ਭਇਓ ਦਰਬ ਗੁਰ ਨਿਕਟ ਕਨੇਰਾ। ਇਸ ਤਰ੍ਹਾਂ ਫੇਰ ਗੁਰੂ ਸਾਹਿਬ ਜੀ ਦੇ ਕੋਲ ਬਹੁਤ ਮਾਇਆ ਜਿਹੜੀ ਆ ਗਈ ਹੈ। ਸਗਲ ਸਾਜ ਬਨਵਾਇਓ ਫੇਰਾ। ਫੇਰ ਸਾਰਾ ਸਾਜੋ ਸਮਾਜ ਜਿਹੜਾ ਉਸੇ ਤਰ੍ਹਾਂ ਬਣਵਾ ਲੈਣਾ ਕੀਤਾ। ਔਰ ਚਲਨ ਕੀ ਕੀਨ ਸਤਿਆਰੀ। ਬਾਹਰੋਂ ਫਿਰ ਸਤਿਗੁਰੂ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ ਹੈ। ਦੇ ਸਿਰ ਪਾਓ ਸੰਗਤਾਂ ਸਾਰੀ। ਸੰਗਤਾਂ ਵਿੱਚ ਜਿਹੜੇ ਮੁਖੀ ਸਿੱਖ ਸਨ ਉਹਨਾਂ ਨੂੰ ਸਿਰੋਂ ਪਾਉ ਦੇਣਾ ਕੀਤੇ ਹਨ। ਸੁਨ ਸੁਨ ਜਸ ਕੋ ਨਰ ਸਮੁਦਾਏ। ਸਤਿਗੁਰੂ ਸਾਹਿਬ ਜੀ ਦਾ ਜਸ ਸੁਣ ਸੁਣ ਕੇ ਬਹੁਤੇ ਮਨੁੱਖ ਕਹੇ ਕਰੋ ਸਿੱਖ ਸ਼ਰਨੀ ਆਏ। ਕਹੋ ਕਰੋ ਸਿੱਖ ਸ਼ਰਨੀ ਆਏ। ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ ਸਾਨੂੰ ਆਪਣੇ ਸਿੱਖ ਬਣਾਉਣਾ ਕਰੋ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਦੇਖ ਭਾਉ ਤੈਨਾ ਕੇ ਮਨ ਕੇਰਾ। ਇਸ ਤਰ੍ਹਾਂ ਪਿਆਰ ਦੇ ਨਾਲ ਉਹਨਾਂ ਨੇ ਬੇਨਤੀ ਕੀਤੀ, ਉਹਨਾਂ ਦੇ ਮਨ ਦਾ ਭਾਉ ਪਿਆਰ ਵੇਖ ਕਰਕੇ। ਭਗ ਪਾਹੁਲ ਦੀਨ ਸਤਿਸ ਬੇਰਾ। ਚਰਨ ਪੌਲ ਜਿਹੜੀ ਹੈ ਉਸ ਵੇਲੇ ਕਲਗੀਧਰ ਸਾਹਿਬ ਜੀ ਨੇ ਉਹਨਾਂ ਨੂੰ ਦੇਣਾ ਕੀਤੀ ਹੈ। ਜਿਨ ਜਿਨ ਪੀਅਸ ਭਏ ਨਿਹਾਲ। ਜਿਨ੍ਹਾਂ ਨੇ ਵੀ ਚਰਨ ਪੌਲ ਪੀਣਾ ਕੀਤੀ, ਨਿਹਾਲ ਹੋ ਗਏ। ਗੁਰ ਪ੍ਰਭਾਵ ਕੋ ਲਖਿਓ ਵਿਸਾਲ। ਗੁਰੂ ਸਾਹਿਬ ਜੀ ਦੇ ਪ੍ਰਭਾਵ ਨੂੰ, ਪ੍ਰਤਾਪ ਨੂੰ ਇਹਨਾਂ ਨੇ ਜਾਣਿਆ ਵੀ ਬਹੁਤੇ ਵੱਡੇ ਪ੍ਰਤਾਪ ਵਾਲੇ ਹਨ। ਮਿਲ ਸੰਗਤ ਸਭ ਅਰਜੀ ਉਚਾਰੀ। ਸਾਰੀ ਸੰਗਤ ਨੇ ਮਿਲ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਹੈ। ਚਲੋ ਪ੍ਰਭੂ ਅਬ ਪੁਰੀ ਮਝਾਰੀ। ਚਲੋ ਸੱਚੇ ਪਾਤਸ਼ਾਹ ਜੀ ਹੁਣ ਨਗਰ ਦੇ ਵਿੱਚ ਵੀ ਚੱਲਣਾ ਕਰੋ। ਸੇਵਕਾ ਆਦ ਨਯੋ ਸਭ ਸਾਜ। ਆ ਪਾਲਕੀ ਤੋਂ ਆਦਿਕ ਨਵਾਂ ਹੀ ਸਾਰਾ ਸਮਾਜ ਸਾਜੋ ਸਮਾਨ ਹੈ। ਉਪਰ ਚੜ ਚਾਲੇ ਮਹਾਰਾਜ। ਮਹਾਰਾਜ ਸਤਿਗੁਰੂ ਕਲਗੀਧਰ ਸਾਹਿਬ ਜੀ ਪਾਲਕੀ ਤੇ ਅਸਵਾਰ ਹੋ ਕੇ ਚੱਲੇ ਹਨ। ਭੀੜ ਹਜ਼ਾਰੋ ਨਰ ਕੀ ਸੰਗ। ਹਜ਼ਾਰਾਂ ਹੀ ਮਨੁੱਖਾਂ ਦੀ ਭੀੜ ਨਾਲ ਹੈ ਸਤਿਗੁਰੂ ਜੀ ਦੇ। ਗਮਨ ਗੁਰੂ ਨਿਹਾਰਤ ਸੰਗ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਵੇਖਦੇ ਹੋਏ ਨਾਲ ਤੇ ਜਾ ਰਹੇ ਹਨ। ਸੁਰ ਸਰ ਤੀਰ ਤਰੀ ਅਨਵਾਈ। ਇਸ ਤਰ੍ਹਾਂ ਗੰਗਾ ਨਦੀ ਦੇ ਕੰਢੇ ਤੇ ਬਹੁਤੀਆਂ ਬੇੜੀਆਂ ਮੰਗਵਾਉਣਾ ਕੀਤੀਆਂ ਨੇ। ਉਤਰਨ ਪਾਰ ਅਰੁੰਡ ਗੋਸਾਈ। ਪਾਰ ਉਤਰਨ ਵਾਸਤੇ ਬੇੜੀ ਦੇ ਵਿੱਚ ਸਵਾਰ ਹੋਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ। ਕੇਵਟ ਨਵਕਾ ਪਾਰ ਲੰਘਾਏ। ਇਸੇ ਤਰ੍ਹਾਂ ਜਿਹੜੇ ਕੇਵਟ ਸਨ ਮਲਾ, ਉਹਨਾਂ ਨੇ ਬੇੜੀਆਂ ਜਿਹੜਾ ਹੈ ਉਹ ਪਾਰ ਕਰਨਾ ਕੀਤੀਆਂ ਹਨ। ਦਰਬਦੀਨ ਬਹੁ ਸੇ ਹਰਖਾਏ। ਬਹੁਤੀ ਮਾਇਆ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਮਲਾਹਾਂ ਨੂੰ ਦਿੱਤੀ
ਔਰ ਬੜਾ ਖੁਸ਼ ਹੋਏ ਉਹ ਸਾਰੇ ਮਲਾਹਾ। ਜਿਸ ਜਿਸ ਗਰੀਆਂ ਨ ਜਾਹੇ ਅਗਾਰੀ, ਜਿਹੜੇ ਜਿਹੜੇ ਗਲੀਆਂ ਵਿੱਚ ਅੱਗੇ ਅੱਗੇ ਜਾਂਦੇ ਹਨ ਸਿੱਖ, ਚੜੀ ਅਟਾਰਨ ਦਰਸੇ ਨਾਰੀ। ਉਹਨਾਂ ਗਲੀਆਂ ਦੇ ਵਿੱਚ ਉੱਪਰ ਉੱਚੀਆਂ ਥਾਵਾਂ ਤੇ ਅਟਾਰੀਆਂ ਵਿੱਚ ਇਸਤਰੀਆਂ ਚੜ੍ਹ ਕੇ ਤੇ ਦਰਸ਼ਨ ਕਰਦੀਆਂ ਹਨ। ਜਿਮ ਘਨ ਮੈਂ ਤੜਤਾ ਚਮਕਾਵੇ, ਕਵੀ ਜੀ ਕਹਿੰਦੇ ਇਸ ਤਰ੍ਹਾਂ ਉਹਨਾਂ ਦਾ ਸੁੰਦਰ ਸਰੂਪ ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ। ਸਦਾ ਸਦਨ ਮੈਂ ਤਥਾ ਸੁਹਾਵੇ, ਇਸ ਤਰ੍ਹਾਂ ਚਿੱਟੇ ਰੰਗ ਦੇ ਬਸਨ ਜਿਹੜੇ ਘਰ ਬਣੇ ਹੋਏ ਨੇ ਨਾ, ਸਦਨ ਜਿਹੜੇ ਬਣੇ ਹੋਏ ਉਹਨਾਂ ਵਿੱਚ ਇਸ ਤਰ੍ਹਾਂ ਸ਼ੋਭਦੀਆਂ ਹਨ ਉੱਪਰ ਚੜੀਆਂ ਹੋਈਆਂ। ਅਦਕ ਭੀਰਪੁਰ ਗਰੀਅਨ ਬੀਚ, ਇਸ ਤਰ੍ਹਾਂ ਨਗਰ ਦੇ ਵਿੱਚ ਗਲੀਆਂ ਵਿੱਚ ਬਹੁਤੀ ਭੀੜ ਹੈ। ਬੰਦਤ ਦੂਰਾ ਉਚਿਆਰ ਨੀਚ, ਸਾਰੇ ਕਈ ਦੂਰ ਖਲੋਤੇ ਹੋਏ ਉੱਚੇ ਨੀਵੇਂ ਜਿੰਨੇ ਵੀ ਹਨ ਉਥੋਂ ਹੀ ਨਮਸਕਾਰਾਂ ਕਰੀ ਜਾਂਦੇ ਹਨ। ਨਿਕਟ ਹੋਣ ਕੀ ਸ਼ਕਤ ਨਾ ਪਾਵੇ, ਲਾਗੇ ਹੋਣ ਦੀ ਸਮਰੱਥਾ ਨਹੀਂ ਕਿਉਂਕਿ ਬਹੁਤੀ ਭੀੜ ਹੈ। ਨੀਠ ਨੀਠ ਗੋਰਾ ਅਗਰ ਸਿਧਾਵੇ, ਹੌਲੀ ਹੌਲੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਚੱਲਦੇ ਹਨ। ਮਹਾ ਕੋਲਾਹਲ ਪੁਰ ਮੈਂ ਹੋਵਾ, ਇਸ ਤਰ੍ਹਾਂ ਬਹੁਤਾ ਕੋਲਾਹਲ ਖੁਸ਼ੀਆਂ ਦਾ ਡੰਡ ਰੌਲਾ ਹੋਇਆ ਨਗਰ ਦੇ ਵਿੱਚ। ਜੱਡ ਕੋਠਨ ਨਰ ਨਾਰਨ ਜੋਆ, ਕੋਠਿਆਂ ਦੇ ਉੱਪਰ ਚੜ੍ਹ ਕੇ ਮਨੁੱਖ ਇਸਤਰੀਆਂ ਵੇਖਦੇ ਪਏ ਹਨ। ਪੁਸ਼ਪਨ ਬਰਖਾ ਕਹੋ ਬਹੁ ਡਾਰੇ, ਉਸ ਵੇਲੇ ਫੁੱਲਾਂ ਦੀ ਵਰਖਾ ਉੱਪਰੋਂ ਕਰਦੇ ਸਤਿਗੁਰੂ ਸਾਹਿਬ ਜੀ ਦੇ ਉੱਪਰ। ਮੰਦ ਮੰਦ ਗਮਨੰਦ ਨਿਹਾਰੇ, ਹੌਲੀ ਹੌਲੀ ਸਤਿਗੁਰੂ ਸਾਹਿਬ ਜੀ ਚੱਲਦੇ ਤੇ ਵੇਖਦੇ ਪਏ ਹਨ। ਕਹੈ ਕਿ ਮਹਾਰਾਜ ਸਮ ਲਛਨ, ਇੱਕ ਦੂਜੇ ਨਾਲ ਗੱਲਾਂ ਕਰਦੇ ਕਹਿੰਦੇ ਇਹਨਾਂ ਦੇ ਸਰੀਰ ਦੇ ਲੱਛਣ ਮਹਾਰਾਜਿਆਂ ਵਰਗੇ ਹਨ। ਬੈਸ ਤਰਨ ਹੋਏ ਬੜੇ ਵਿਚਛਣ, ਜਦੋਂ ਉਮਰ ਵੱਡੀ ਹੋਵੇਗੀ ਜਵਾਨ ਹੋਣਗੇ ਕੈਸੇ ਸੁੰਦਰ ਸਰੂਪ ਵਾਲੇ ਹੋਣਗੇ। ਕਿਰਪਾ ਦ੍ਰਿਸ਼ਟ ਦੇਖਤ ਸਭੇ ਓਰ, ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ ਹਨ। ਜਿਤ ਕਿਤ ਖਰੇ ਸਰਬ ਕਰ ਜੋਰ, ਜਿੱਥੇ ਕਿੱਥੇ ਵੀ ਕੋਈ ਖਲੋਤਾ ਨਾ ਸਾਰੇ ਹੱਥ ਜੋੜ ਕੇ ਖਲੋਤੇ ਹੋਏ ਹਨ। ਕਿਤ ਕਥਾ ਉਨੈ ਪ੍ਰਾਪਤ ਹੋਏ, ਕਈ ਕਿਤੇ ਇਹੋ ਜਿਹੇ ਉਹਨਾਂ ਨੂੰ ਖਲੋਣ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ ਪਈ। ਜੈ ਥਿਰਤਾ ਕਰ ਦਰਸ਼ਨ ਜੋਏ, ਜਿੱਥੇ ਖਲੋ ਕਰਕੇ ਤੇ ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਕਰ ਸਕਣ। ਕਿਸ ਸੈਨਾ ਜਿਨ ਜਿਨ ਸਤਿਗੁਰ ਹੀਰਾ, ਉਸ ਵੇਲੇ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਭਇਓ ਸਭਨ ਆਨੰਦ ਕਨੇਰਾ, ਉਹਨਾਂ ਸਾਰਿਆਂ ਦੇ ਹਿਰਦੇ ਵਿੱਚ ਆਨੰਦ ਖੁਸ਼ੀ ਜਿਹੜੀ ਹੈ ਭਰ ਗਈ ਹੈ। ਜਿਸਨੇ ਪਿਖੇ ਰਹਿਓ ਪਛਤਾਵਤ, ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਰਸ਼ਨ ਨਾ ਕੀਤਾ, ਜਿਹੜੇ ਦਰਸ਼ਨ ਨਾ ਕਰ ਸਕੇ ਉਹ ਬਾਅਦ ਵਿੱਚ ਪਛਤਾਉਂਦੇ ਰਹਿ ਗਏ। ਭਾਗ ਮੰਦ ਹਮ ਲਹੇ ਨ ਆਵਤ, ਉਹ ਕੀ ਕਹਿੰਦੇ ਕਹਿੰਦੇ ਸਾਡੇ ਭਾਗ ਮਾੜੇ ਨੇ ਅਸੀਂ ਸਤਿਗੁਰੂ ਜੀ ਨੂੰ ਆਉਂਦਿਆਂ ਨੂੰ ਦਰਸ਼ਨ ਨਾ ਕਰ ਸਕੇ। ਜਾਤ ਬਾਜ਼ਾਰ ਵਿਖੇ ਸੋ ਨਿਹਾਰੇ, ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਦੀ ਜਾਂਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਤੇਰੇ ਦੂਰ ਹੀ ਬੰਧਨ ਧਾਰੇ, ਜੇ ਦੂਰ ਖਲੋਤੇ ਹੋਏ ਕਈ ਹੱਥ ਜੋੜ ਕੇ ਦੂਰੋਂ ਹੀ ਨਮਸਕਾਰਾਂ ਕਰੀ ਜਾਂਦੇ ਹਨ। ਤੁੰਗ ਅਟਾ ਘਨ ਕਟਾ ਮਿਲੰਤੀ, ਇਸੇ ਤਰ੍ਹਾਂ ਉੱਚੀਆਂ ਉੱਚੀਆਂ ਅਟਾਰੀਆਂ ਜਿਹੜੀਆਂ ਹਨ ਉਹ ਘਟਾਵਾਂ ਦੇ ਨਾਲ ਭਾਵ ਬੱਦਲਾਂ ਦੇ ਨਾਲ ਉੱਚੀਆਂ ਲੱਗੀਆਂ ਹੋਈਆਂ ਹਨ। ਤੁਜ ਧਾਮਨ ਪਰ ਗਨ ਫੈਰੰਤੀ, ਉਹਨਾਂ ਘਰਾਂ ਦੇ ਉੱਪਰ ਲੱਗੀਆਂ ਹੋਈਆਂ ਜਿਹੜੀਆਂ ਝੰਡੀਆਂ ਬਹੁਤੀਆਂ ਸ਼ੋਭਦੀਆਂ ਨੇ। ਮਨੋ ਪੰਖ ਕੋ ਲਾਏ ਚਾਹੰਤੀ, ਉਹ ਝੰਡੀਆਂ ਜਿਹੜੀਆਂ ਨੇ ਨਾ ਉਹਨਾਂ ਦੇ ਫਰਲੇ ਜਿਹੜੇ ਹਨ ਉਹ ਹਿਲਦੇ ਪਏ ਤੇ ਕਵੀ ਜੀ ਕਹਿੰਦੇ ਇੰਜ ਲੱਗਦਾ ਜਿਵੇਂ ਵੱਡੀਆਂ ਅਟਾਰੀਆਂ ਇਹ ਝੰਡੀਆਂ ਰੂਪੀ ਖੰਭ ਲਾ ਕੇ ਤੇ ਆਕਾਸ਼ ਵਿੱਚ ਉੱਡਣਾ ਚਾਹੁੰਦੀਆਂ ਹਨ। ਉਡੇ ਗਗਨ ਕਉ ਏਮ ਦ੍ਰਿਸ਼ਟੰਤੀ, ਇਸ ਤਰ੍ਹਾਂ ਲੱਗਦਾ ਵੀ ਜਿਵੇਂ ਆਕਾਸ਼ ਦੇ ਵਿੱਚ ਉੱਡ ਜਾਣਗੀਆਂ। ਚਿਰਤਰਤ ਭੀਤ ਬਿਹੰਗ ਅਰ ਬਾਗ, ਇਸ ਤਰ੍ਹਾਂ ਨਾ ਕੰਧਾਂ ਦੇ ਉੱਪਰ ਬੜੇ ਸੁੰਦਰ ਚਿੱਤਰ ਬਣਾਏ ਹੋਏ ਹਨ। ਉਹਨਾਂ ਦੇ ਉੱਪਰ ਬਾਗ ਦਰਖਤ ਆਦਿਕ ਬਣਾਏ ਹੋਏ ਨੇ। ਅਦਕ ਸ਼ਵਾਲੇ ਪੂਜਨ ਲਾਗ, ਇਸੇ ਤਰ੍ਹਾਂ ਅਦਕ ਸ਼ਿਵਾਲੇ
ਬਹੁਤੇ ਜਿਹੜੇ ਸ਼ਿਵਾਲੇ ਉਹਨਾਂ ਵਿੱਚ ਪੂਜਾ ਹੋ ਰਹੀ ਹੈ। ਬਨਕ ਧਨਦ ਸਮ ਬੈਠੇ ਬ੍ਰਿੰਦ। ਬਨਕ ਜਿਹੜੇ ਬਾਣੀਏ ਨੇ ਉਹ ਕੁਬੇਰ ਦੀ ਤਰ੍ਹਾਂ ਬਹੁਤੇ ਬੈਠੇ ਹੋਏ ਹਨ ਦੁਕਾਨਾਂ ਵਿੱਚ। ਕਰਤ ਬਨਜ ਕੋ ਸੁਖੀ ਬਿਲੰਦ। ਉਹ ਵਪਾਰ ਕਰਦੇ ਤੇ ਬਹੁਤਾ ਸੁਖੀ ਬਹੁਤਾ ਖੁਸ਼ ਹਨ। ਵੇਖਿਆਵਤ ਗੁਰ ਹਵੈ ਸਭ ਠਾਂਡੇ। ਜਦੋਂ ਵੇਖਦੇ ਨਾ ਗੁਰੂ ਸਾਹਿਬ ਜੀ ਆ ਰਹੇ ਨੇ, ਵੇਖ ਕੇ ਸਾਰੇ ਖਲੋ ਜਾਂਦੇ ਹਨ। ਹਾਥਨ ਜੋਰ ਨਮੈ ਮੁੰਦ ਬਾਂਡੇ। ਜਦੋਂ ਹੱਥ ਜੋ ਵੇਖ ਕੇ ਖਲੋ ਜਾਂਦੇ, ਹੱਥ ਜੋੜਦੇ ਨੇ ਤੇ ਨਮਹਿ ਨਿਮਰਤਾ ਦੇ ਨਾਲ ਨਮਸਕਾਰ ਕਰਦੇ ਨੇ। ਮੁੱਧ ਬਾਡੇ ਸਾਰਿਆਂ ਦੇ ਮਨ ਵਿੱਚ ਬਹੁਤੀ ਖੁਸ਼ੀ ਵੱਧਦੀ ਹੈ ਉਸ ਵੇਲੇ। ਸ਼ਬਦ ਦੇਖਦ ਸਤਿਗੁਰ ਚਲੇ। ਸਤਿਗੁਰੂ ਜੀ ਸਾਰਿਆਂ ਵੱਲ ਦੇਖਦੇ ਹਨ, ਸਾਰਿਆਂ ਵੱਲ ਤੱਕਦੇ ਹੋਏ ਜਾ ਰਹੇ ਨੇ। ਸਭ ਭਾਖਤ ਹਮ ਦੇਸ਼ ਮੁਖ ਭਲੇ। ਤੇ ਸਾਰੇ ਇਸ ਤਰ੍ਹਾਂ ਕਹਿੰਦੇ ਸਾਡੇ ਵੱਲ ਵੀ ਗੁਰੂ ਸਾਹਿਬ ਨੇ ਤੱਕਿਆ ਹੈ। ਕਹੋ ਕਹਾਂ ਲਓ ਪੁਰ ਕੀ ਕਥਾ। ਕਵੀ ਜੀ ਕਹਿੰਦੇ ਕਿੱਥੋਂ ਕੁ ਤੱਕ ਮੈਂ ਨਗਰ ਦੀ ਕਥਾ ਜਿਹੜੀ ਉਹ ਦੱਸਣਾ ਕਰਾਂ। ਉਤਸ਼ਵ ਭਇਓ ਕੋਲਾਹਲ ਜਥਾ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਉਣ ਦਾ ਉਤਸ਼ਾਹ ਹੋਇਆ ਹੈ। ਘਰ ਘਰ ਦਰ ਦਰ ਗੁਰ ਕੀ ਕੀਰਤ। ਘਰਾਂ ਘਰਾਂ ਵਿੱਚ ਬੂਹਿਆਂ ਬੂਹਿਆਂ ਗਾੜੀ ਗੁਰੂ ਸਾਹਿਬ ਜੀ ਦੀ ਕੀਰਤੀ ਹੋ ਰਹੀ ਹੈ। ਕਾਂਸ਼ੀ ਬਿਖੈ ਮਹਾ ਬਿਸਤੀਰਤ। ਇਸ ਤਰ੍ਹਾਂ ਕਾਂਚੀ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਹੁਤੀ ਕੀਰਤੀ ਵਡਿਆਈ ਜਿਹੜੀ ਫੈਲ ਗਈ। ਅੰਤਰਪੁਰੀ ਉਤਾਰਨ ਕਰੇ। ਅੰਦਰ ਜਾ ਕੇ ਨਾ ਨਗਰ ਦੇ ਸਤਿਗੁਰੂ ਸਾਹਿਬ ਜੀ ਦਾ ਉਤਾਰਾ ਕਰਵਾਇਆ। ਖਾਨ ਪਾਨ ਸੁਭਤੇ ਸੁਖ ਧਰੇ। ਜਲ ਪਾਣੀ ਛਕ ਕੇ ਸੁਖ ਦੇ ਨਾਲ ਵਿਸ਼ਰਾਮ ਕੀਤਾ ਸਤਿਗੁਰੂ ਜੀ ਨੇ। ਭਈ ਪਰਾਤ ਤਿਆਰੀ ਕਰਵਾਈ। ਜਦੋਂ ਸਵੇਰ ਹੋਈ ਅਗਲਾ ਦਿਨ ਚੜਿਆ ਤੇ ਸਤਿਗੁਰੂ ਜੀ ਨੇ ਤਿਆਰੀ ਕਰਵਾਈ ਹੈ। ਸਾਂਝੇ ਵਾਹਨ ਰੁਚਰ ਸੁਹਾਈ। ਸਾਜੇ ਵਾਹਨ, ਸਾਜੇ ਤੋਂ ਭਾਵ ਸਜਾ ਲੈਣਾ ਕੀਤੇ। ਜਿਹੜੇ ਵਾਹਨ ਰੁਚਰ ਬੜੇ ਸੁੰਦਰ ਸਨ ਉਹ ਤਿਆਰ ਕਰ ਲੈਣਾ ਕੀਤੇ ਹਨ। ਦੋਹਰਾ ਸਗਰੀ ਨਿ ਸਮੈ ਸਿੱਖ ਮਿਲੈ ਸ਼ਬਦ ਅਨਕ ਬਿਦ ਗਾਏ। ਇਸ ਤਰ੍ਹਾਂ ਸਾਰੀ ਰਾਤ ਸਿੱਖ ਇਕੱਤਰ ਹੋ ਕੇ ਨਾ ਬਾਣੀ ਦੇ ਸ਼ਬਦ ਪੜ੍ਹਦੇ ਰਹੇ ਹਨ। ਤਾਲ ਮਰਦੰਗ ਰਬਾਬ ਤੇ ਸਤਿਗੁਰ ਭਲੇ ਰਚਾਏ। ਤਾਲ ਦੇ ਵਿੱਚ ਮਿਰਦੰਗ ਰਵਾਉਂਦੇ ਨੇ, ਵਜਾਉਂਦੇ ਨੇ, ਰਬਾਬ ਵਜਾਉਂਦੇ ਬੜੇ ਤਾਲ ਦੇ ਨਾਲ ਤੇ ਬੜੇ ਤਾਲ ਦੇ ਨਾਲ ਸੁਰ ਦੇ ਵਿੱਚ ਸ਼ਬਦ ਪੜ੍ਹਦੇ ਸਨ ਬਾਣੀ ਦੇ। ਤੇ ਗੁਰੂ ਸਾਹਿਬ ਨੂੰ ਖੁਸ਼ ਕਰ ਲਿਆ ਉਹਨਾਂ ਨੇ। ਚੌਪਈ ਪ੍ਰਾਤ ਭਈ ਗੁਰ ਕੀ ਨਿਸ਼ਨਾਨੇ। ਸਵੇਰ ਹੋਈ ਤੇ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਨਾ ਕੀਤਾ ਹੈ। ਸਿੱਖਨ ਚਰਨ ਪਖਾਰਨ ਠਾਨੇ। ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨ ਧੋਣਾ ਕੀਤੇ ਨੇ। ਚਰਨ ਉਦਕ ਲੈ ਨਿਜ ਨਿਜ ਧਾਮੋ। ਸਤਿਗੁਰੂ ਜੀ ਦੇ ਚਰਨ ਧੋ ਕੇ ਚਰਨਾਮਤ ਲੈ ਕੇ ਆਪੋ ਆਪਣੇ ਘਰਾਂ ਨੂੰ ਪਾਨ ਕਰਿਓ ਲੈ ਸ੍ਰੀ ਪ੍ਰਭ ਨਾਮੋ। ਸਤਿਗੁਰੂ ਜੀ ਦਾ ਨਾਮ ਲੈ ਕੇ ਛਕਣਾ ਕੀਤਾ ਹੈ। ਸਭ ਥਲ ਮੈਂ ਸਿਰ ਕਾਮਨ ਕਰਿਓ। ਫਿਰ ਆਪਣੇ ਘਰ ਵਿੱਚ ਸਾਰੀਆਂ ਥਾਵਾਂ ਤੇ ਉਹਨੂੰ ਛਿੜਕਣਾ ਕੀਤਾ ਉਸ ਜਲ ਨੂੰ। ਸਹਿਤ ਕੁਟੰਬ ਸਿੱਖ ਗਨ ਤਰਿਓ। ਪਰਿਵਾਰ ਦੇ ਸਹਿਤ ਇਸ ਤਰ੍ਹਾਂ ਬਹੁਤੇ ਸਿੱਖ ਜਿਹੜੇ ਉਹਨਾਂ ਦਾ ਭਲਾ ਹੋਇਆ ਤਰ ਗਏ। ਵਾਇਨ ਹੋਏ ਤਿਆਰ ਟਿਗ ਆਏ। ਇਹਨੇ ਚਿਰ ਨੂੰ ਵਾਹਨ ਜਿਹੜੇ ਸਨ ਉਹ ਵੀ ਤਿਆਰ ਕੀਤੇ। ਉਹ ਵਾਹਨ ਤਿਆਰ ਹੋ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਸਵਾਰੀ ਕਰਨ ਵਾਸਤੇ। ਦਾਸਨ ਗਨ ਕੋ ਬਹੁ ਹਰਖਾਏ। ਦਾਸ ਜਿਹੜੇ ਹਨ ਬਹੁਤੇ ਖੁਸ਼ ਹੋਏ ਹਨ। ਗੈ ਧੀਰਜ ਸਭ ਹਿਨ ਇਕਸਾਰ। ਇਸ ਤਰ੍ਹਾਂ ਨਾ ਸਾਰਿਆਂ ਨੇ ਧੀਰਜ ਧਾਰਨ ਕਰਕੇ ਸਤਿਗੁਰ ਹੋਤ ਭਏ ਅਸਵਾਰ। ਦਇਆ ਧੀਰਜ ਸਾਰਿਆਂ ਨੂੰ ਸਤਿਗੁਰੂ ਜੀ ਨੇ ਧੀਰਜ ਬਖਸ਼ੀ, ਹੌਸਲਾ ਦਿੱਤਾ ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਅਸਵਾਰ ਹੋਏ ਹਨ। ਲਿਖਸ਼ੈ ਕਾਂਸ਼ੀਪੁਰ ਕੋ ਸ਼ੋਰਾ। ਇਸ ਤਰ੍ਹਾਂ ਕਾਂਚੀ ਨਗਰ ਨੂੰ ਛੱਡ ਕੇ ਤੇ ਬਾਹਰ ਚੱਲ ਪਏ ਹਨ। ਗਮਨੇ ਕਰ ਮੁਖ ਪਛਮ ਓਰਾ। ਪੱਛਮ ਦੀ ਦਿਸ਼ਾ ਵੱਲ ਨੂੰ ਮੁਖ ਕਰਕੇ ਚੱਲ ਪਏ ਅੱਗੇ। ਆਦਰ ਹੇਤ ਬਚਾਵਨ ਆਏ। ਸਤਿਗੁਰੂ ਸਾਹਿਬ ਜੀ ਦਾ ਸਤਿਕਾਰ ਦੇ ਸਹਿਤ ਤੋਰਨ ਵਾਸਤੇ ਸਤਿਗੁਰੂ ਜੀ ਨੂੰ ਨਾਲ ਆਏ ਸਿੱਖ। ਖਰੇ ਕਰੇ ਕੈ ਗੁਰ
ਸਮੁਦਾਏ। ਹਾਂ, ਇਸ ਤਰ੍ਹਾਂ ਨਾ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਹਿ ਕੇ ਰੋਕਣਾ ਕੀਤਾ ਵੀ ਹੁਣ ਤੁਸੀਂ ਵਾਪਸ ਚਲੇ ਜਾਓ। ਸਭ ਕੋ ਹਟ ਕੇ ਅਗਾਰੀ ਚਾਲੇ। ਸਾਰਿਆਂ ਨੂੰ ਰੋਕ ਕੇ ਫਿਰ ਸਤਿਗੁਰੂ ਸਾਹਿਬ ਜੀ ਕਾਂਛੀ ਤੋਂ ਅੱਗੇ ਚੱਲ ਪਏ ਹਨ। ਸਿਆੰਦਨ ਮਾਤਨ ਆਵਤ ਨਾਲੇ। ਮਾਤਾ ਜੀ ਵੀ ਰਥ ਦੇ ਉੱਤੇ ਸਵਾਰ ਨਾਲ ਆ ਰਹੇ ਹਨ। ਅਪਰ ਬਹੀਨ ਸਗਲ ਚਲਿਆ ਵਾ। ਹੋਰ ਵੀ ਗੁਰੂ ਕਾ ਜਿੰਨਾ ਵਹੀਰ ਸੀ ਸਾਰਾ ਆਣ ਪਹੁੰਚਿਆ ਹੈ। ਨਵੋ ਸਮਾਜ ਸਮੂਹ ਬਨਾਵਾ। ਸਾਰਾ ਸਾਜੋ ਸਮਾਨ ਨਵਾਂ ਹੀ ਬਣਾਉਣਾ ਕੀਤਾ। ਇਸੇ ਰੀਤ ਮਾਰਗ ਮਹਿ ਚਲੇ। ਇਸੇ ਮਰਜ਼ਾਦਾ ਦੇ ਸਹਿਤ ਚੱਲ ਪਏ ਰਸਤੇ ਵਿੱਚ। ਕਰਤੇ ਅਨੇਕ ਬਿਲਾਸਨ ਭਲੇ। ਅਨੇਕ ਤਰ੍ਹਾਂ ਦੇ ਕੌਤਕ ਕਰਦੇ ਜਾਂਦੇ ਰਸਤੇ ਦੇ ਵਿੱਚ। ਤੇਰਾ ਨਿਕਟ ਭਾਨ ਕੇ ਢਰੇ। ਹਾਂਜੀ, ਡੇਰਾ ਕਰਹਿ ਭਾਨ ਕੇ ਢਰੇ। ਡੇਰਾ ਟਿਕਹਿ ਭਾਨ ਕੇ ਕਰੇ। ਡੇਰਾ ਟਿਕ ਜਾਂਦਾ ਭਾਨ ਕੇ ਢਰੇ। ਜਦੋਂ ਸੂਰਜ ਢਲ ਜਾਂਦਾ ਉਦੋਂ ਪਹਿਲਾਂ ਡੇਰਾ ਲਾ ਲੈਂਦੇ ਹਨ। ਗੁਰ ਆਗਮਨ ਜੈ ਸੁਨਬੋ ਕਰੇ। ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਆਉਣ ਦੀ ਖਬਰ ਮਿਲ ਜਾਂਦੀ ਹੈ, ਜਨ ਸਿੱਖਨ ਕੋ ਨਵ ਨਿਧ ਪਾਵੇ। ਉਹ ਸਿੱਖ ਤੇ ਐਸੇ ਖੁਸ਼ ਹੁੰਦੇ ਨੇ ਮਾਨੋ ਨੌ ਨਿਧੀਆਂ ਪ੍ਰਾਪਤ ਹੋ ਗਈਆਂ ਉਹਨਾਂ ਨੂੰ। ਆਨੰਦ ਤਾਰਤਾ ਏਟ ਗਿਆਵੇ। ਬਹੁਤੀ ਖੁਸ਼ੀ ਮਨ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਹਨ ਦੌੜਦੇ ਹੋਏ। ਪਹੁੰਚੁਕ ਗੁਰ ਦਰਸ਼ਨ ਹਮ ਪਾਵਤ। ਤੇ ਕਹਿੰਦੇ ਅਚਾਨਕ ਹੀ ਗੁਰੂ ਸਾਹਿਬ ਦਾ ਦਰਸ਼ਨ ਸਾਨੂੰ ਹੋ ਗਿਆ। ਜਿਨਹਿਤ ਕੋਸ਼ ਹਜ਼ਾਰ ਸਦਾਵਤ। ਜਿਨ੍ਹਾਂ ਦਾ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਕੋ ਪੈਂਡਾ ਚੱਲ ਕੇ ਜਾਂਦੇ ਆ, ਘਰੇ ਬੈਠਿਆਂ ਅਚਾਨਕ ਹੀ ਉਹਨਾਂ ਦਾ ਦਰਸ਼ਨ ਹੋ ਗਿਆ। ਮਰ ਥਲ ਮੈਂ ਜਿਮ ਪਾਵਤ ਮੇਵਾ। ਇਹ ਤੇ ਉਹ ਗੱਲ ਹੋ ਗਈ ਜਿਵੇਂ ਮਾਰੂ ਥਲ ਰੇਤਲੇ ਇਲਾਕੇ ਵਿੱਚੋਂ ਮੇਵੇ ਪ੍ਰਾਪਤ ਹੋਣ। ਤਿਮੇਤ ਦੇਸ਼ ਦਰਸ ਗੁਰ ਦੇਵਾ। ਇਸੇ ਤਰ੍ਹਾਂ ਇਸ ਦੇਸ਼ ਵਿੱਚ ਇਸ ਇਲਾਕੇ ਵਿੱਚ ਗੁਰੂ ਸਾਹਿਬ ਜੀ ਦਾ ਦਰਸ਼ਨ ਹੋਇਆ। ਲੈ ਲੈ ਅਨਕ ਅਕੋਰਨ ਮਿਲਾਏ। ਇਸ ਕਰਕੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਮਿਲਦੇ ਹਨ। ਇੱਕ ਦੋਏ ਮੰਜ਼ਲ ਕਿਤਕ ਸੰਗ ਚਲਾਏ। ਇੱਕ ਦੋ ਮੰਜ਼ਲਾਂ ਵੀ ਕੁਝ ਨਾਲ ਚੱਲਦੇ ਸਤਿਗੁਰੂ ਜੀ ਦੇ। ਬਿਬਦ ਬਿਦਨ ਕੀ ਸੇਵਾ ਠਾਨੇ। ਇਸ ਤਰ੍ਹਾਂ ਨਾਨਾ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ। ਅਨ ਦੁਗਧ ਦਦ ਕਿਰਤ ਕੋ ਆਨੇ। ਅਨਾਜ ਲੈ ਕੇ ਆਉਂਦੇ, ਦੁੱਧ ਲੈ ਕੇ ਆਉਂਦੇ, ਦਹੀਂ ਲੈ ਕੇ ਆਉਂਦੇ ਤੇ ਘਿਓ ਲੈ ਕੇ ਆਉਂਦੇ ਹਨ। ਮਹੀ ਸਗਰੇ ਮਾਰਗ ਆਏ। ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਚੱਲਦੇ ਹੋਏ ਸਾਰੇ ਰਸਤੇ ਤੇ ਆਏ ਹਨ। ਪੁਰੇ ਕਾਮਨਾ ਜਨ ਸਮੁਦਾਏ। ਆਪਣੇ ਸਮੂਹ ਦਾਸਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹਨ। ਰਾਮਚੰਦ ਕੀ ਨਗਰੀ ਆਂਦ। ਇਸੇ ਤਰ੍ਹਾਂ ਰਾਮਚੰਦ ਜੀ ਦੀ ਜੋ ਨਗਰੀ ਅਯੁੱਧਿਆ ਹੈ, ਬਸੇ ਜਾਂ ਬਹੁ ਬੀਤੀ ਆਦ। ਜਿੱਥੇ ਬਹੁਤਾ ਸਮਾਂ ਉਹਨਾਂ ਨੇ ਆਪਣੀ ਉਮਰ ਦਾ ਵਸ ਕੇ ਬਤੀਤ ਕੀਤਾ। ਪਾਵਨਤਾ ਕੀ ਔਦ ਮਨੋ ਹੈ। ਜੋ ਪਵਿੱਤਰਤਾ ਦੀ ਹੱਦ ਹੈ। ਨਰ ਨਾਰਨ ਕੋ ਬਾਂਸ ਕਨੋ ਹੈ। ਬਹੁਤ ਸਾਰੇ ਮਨੁੱਖ ਇਸਤਰੀਆਂ ਦਾ ਵਾਸਾ ਹੈ ਇੱਥੇ। ਤਿਸ ਪੁਰ ਮੈਂ ਸਤਿਗੁਰੂ ਪਰਵੇਸ਼ੇ। ਇਸ ਨਗਰ ਦੇ ਵਿੱਚ ਵੀ ਸਤਿਗੁਰੂ ਜੀ ਆਏ ਅਯੁੱਧਿਆ ਦੇ ਵਿੱਚ। ਸੁਧ ਕੋ ਸੁਨ ਸੁਨ ਸਿੱਖੇ ਅਸ਼ੀਸ਼। ਤੇ ਜਦੋਂ ਸਤਿਗੁਰੂ ਜੀ ਦੇ ਆਉਣ ਦੀ ਖਬਰ ਸੁਣਦੇ ਨੇ, ਸੁਣ ਸੁਣ ਕੇ ਸਾਰੇ ਸਿੱਖ ਤਾਏ ਤਾਏ ਸਭ ਆਨ ਮਿਲੇ ਹੈ। ਦੌੜ ਦੌੜ ਕੇ ਸਾਰੇ ਆਣ ਕੇ ਮਿਲਦੇ ਹਨ। ਕਰ ਬੰਧਨ ਦੇ ਭੇਟ ਭਲੇ ਹੈ। ਤੇ ਨਮਸਕਾਰ ਕਰਦੇ ਨੇ ਭਲੀ ਪ੍ਰਕਾਰ ਭੇਟਾ ਦੇ ਕਰਕੇ। ਜੇ ਅਨਜਾਨ ਸੋ ਬੂਝੇ ਆਪੀ। ਤੇ ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਪਤਾ ਨਹੀਂ ਗੁਰੂ ਸਾਹਿਬ ਜੀ ਦੇ ਬਾਬਤ, ਉਹ ਪੁੱਛਦੇ ਇੱਕ ਦੂਜੇ ਤੋਂ ਏਕੋ ਬਾਲਕ ਰੂਪ ਪ੍ਰਤਾਪੀ। ਇਹ ਕੌਣ ਹਨ? ਬਾਲਕ ਸਰੂਪ ਇਹਨਾਂ ਦਾ ਬੜਾ ਪ੍ਰਤਾਪ ਹੈ। ਕੌਣ ਹਨ ਇਹ? ਸੁੰਦਰ ਮੂਰਤ ਦਿਵੇ ਉਧਾਰਾ। ਇਹਨਾਂ ਦੀ ਮੂਰਤ ਬੜੀ ਸੁੰਦਰ ਹੈ, ਬਹੁਤੀ ਸੁੰਦਰ ਦਿਸਦੀ ਪਈ ਹੈ। ਲਖੀਅਤ ਕਿਛੂ ਦੇਵੇ ਅਵਤਾਰਾ। ਇੰਜ ਜਾਣਿਆ ਜਾਂਦਾ ਵੇਖਣ ਨੂੰ ਜਿਵੇਂ ਕਿਸੇ ਦੇਵਤੇ ਦਾ ਅਵਤਾਰ ਹੋਣ। ਇਸ ਤੇ ਨਰਗਨ ਠਾੜ ਅਦਾਇਬ। ਜਿਸ ਤੇ ਨਰਗਨ, ਜਿਸ ਕਰਕੇ ਮਨੁੱਖ ਖਲੋ ਕੇ ਇਹਨਾਂ ਦਾ ਸਤਿਕਾਰ ਕਰਦੇ ਹਨ। ਬੰਦੇ ਚਰਨ ਕਮਲ ਜਨ ਸਾਹਿਬ। ਤੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ ਨੇ, ਜਿਵੇਂ ਦਾਸ ਸੇਵਕ
ਸੁਆਮੀ ਨੂੰ ਜਾਣ ਕੇ ਕਰਦੇ ਹਨ। ਜੇ ਸਿੱਖ ਜਾਣੇ ਤਿਨੇ ਸੁਣਾਵੇ। ਹਾਂ, ਜਿਹੜੇ ਸਿੱਖ ਜਾਣਦੇ ਨੇ ਨਾ ਉਹਨਾਂ ਪੁੱਛਣ ਵਾਲਿਆਂ ਨੂੰ ਦੱਸਦੇ ਹਨ। ਇਹ ਸਤਿਗੁਰ ਕੈ ਪੁੱਤਰ ਸੁਹਾਵੇ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਹਨ। ਸ੍ਰੀ ਗੁਰੂ ਰਾਮਦਾਸ ਕੀ ਬੰਸ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਜੋ ਬੰਸ ਹੈ ਸੋਢੀ ਬੰਸ। ਇਹ ਵਿਦ ਤੇ ਸੁੰਦਰ ਅਵਤੰਸ਼। ਇਸ ਵਿਧੀ ਅਨੁਸਾਰ ਇਸ ਸੋਢ ਬੰਸ ਦੇ ਸੁੰਦਰ ਸੂਰਜ ਸਮਾਨ ਹਨ। ਹਰਿ ਗੋਬਿੰਦ ਸ੍ਰੀ ਅਰਜਨ ਨੰਦਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਹਨ। ਜਿਨੋ ਤੁਰਕ ਗਨ ਕੀਨ ਨਕੰਦਨ। ਜਿਨ੍ਹਾਂ ਨੇ ਜੰਗ ਕਰਕੇ ਬਹੁਤੇ ਤੁਰਕਾਂ ਦਾ ਨਾਸ ਕਰਨਾ ਕੀਤਾ। ਤਿਨ ਕੇ ਸੋਤਾ ਸ੍ਰੀ ਤੇਗ ਬਹਾਦਰ। ਉਹਨਾਂ ਦੇ ਸੁਪੁੱਤਰ ਹੋਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਜਿਨ ਪਗ ਪੂਜੇ ਬਹੁ ਜਗ ਸਾਦਰ। ਜਿਨ੍ਹਾਂ ਦੇ ਚਰਨਾਂ ਦੀ ਪੂਜਾ ਕਰਦੇ ਸਾਰੇ ਸੰਸਾਰ ਦੇ ਜੀ ਬੜੇ ਸਤਿਕਾਰ ਦੇ ਨਾਲ। ਸੋ ਪੂਰਬ ਕੀ ਦਿਸ਼ ਚੱਲ ਆਏ। ਉਹ ਪੂਰਬ ਦੀ ਦਿਸ਼ਾ ਤੋਂ ਚੱਲ ਕੇ ਆਏ। ਤਿਨ ਕੇ ਸੁਤ ਸ੍ਰੀ ਗੁਜਰੀ ਜਾਏ। ਉਹਨਾਂ ਦੇ ਇਹ ਸੁਪੁੱਤਰ ਹਨ ਤੇ ਮਾਤਾ ਗੁਜਰੀ ਜੀ ਇਹਨਾਂ ਦੇ ਮਾਤਾ ਦਾ ਨਾਮ ਹੈ। ਆਪ ਨਿਜ ਦੇਸ਼ ਪੰਜਾਬ ਸਿੰਧਾਰੇ। ਹੁਣ ਇਹ ਪੂਰਬ ਤੋਂ ਚੱਲ ਕੇ ਆਏ ਨੇ ਤੇ ਪੰਜਾਬ ਨੂੰ ਆਪਣੇ ਦੇਸ਼ ਨੂੰ ਚੱਲੇ ਹਨ। ਸੁਣ ਸੁਣ ਨਰ ਗਨ ਆਨੰਦ ਧਾਰੇ। ਸੁਣ ਸੁਣ ਕੇ ਜਿਨ੍ਹਾਂ ਨੂੰ ਨਹੀਂ ਨਾ ਪਤਾ ਇਹ ਗੱਲਾਂ ਸੁਣ ਸੁਣ ਕੇ ਬਹੁਤਾ ਖੁਸ਼ ਹੁੰਦੇ ਹਨ। ਕੋ ਕਰ ਜੋਰਤ ਸੀਸ ਨਵਾਵੇ। ਕੁਝ ਤੇ ਹੱਥ ਜੋੜ ਕੇ ਸੀਸ ਨਵਾਉਂਦੇ ਨਮਸਕਾਰ ਕਰਦੇ ਨੇ। ਕੋ ਤਰ ਚੌਂਪ ਕੋਰ ਚੜਾਵੇ। ਤੇ ਕਈਆਂ ਦੇ ਮਨ ਵਿੱਚ ਬਹੁਤਾ ਚਾਅ ਆਉਂਦਾ ਉਹ ਹੱਥ ਜੋੜ ਕੇ ਬੜੇ ਚਾਅ ਦੇ ਨਾਲ ਭੇਟਾ ਅਰਪਣ ਕਰਦੇ ਹਨ। ਕਿਰਪਾ ਦ੍ਰਿਸ਼ਟ ਕੋ ਦੇਖਤ ਭਲੇ। ਸਤਿਗੁਰੂ ਸਾਹਿਬ ਜੀ ਸਾਰਿਆਂ ਵੱਲ ਬੜੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ ਹਨ। ਹੋਰ ਬਾਜ਼ਾਰ ਗਰੀਆਂ ਮੈਂ ਚਲੇ। ਔਰ ਇਸ ਤਰ੍ਹਾਂ ਨਗਰ ਦੇ ਵਿੱਚ ਨਾ ਚੱਲ ਪਏ ਗਲੀਆਂ ਦੇ ਵਿੱਚ। ਵੈਰ ਕਰਿਓ ਡੇਰਾ ਸ਼ੁਭ ਥਾਨ। ਹਾਂਜੀ, ਪੁਰ ਬਾਜ਼ਾਰ ਗਰੀਆਂ ਮੈਂ ਚਲੇ। ਇਸ ਤਰ੍ਹਾਂ ਚੱਲਦੇ ਚੱਲਦੇ ਲੰਘ ਤੇ ਬਾਹਰ ਜਾ ਕੇ ਤੇ ਡੇਰਾ ਕਰ ਲੈਣਾ ਕੀਤਾ। ਉਤਰ ਪਰੇ ਸਤਿਗੁਰ ਭਗਵਾਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਤਰੇ ਹਨ। ਰੁਚਰ ਪ੍ਰਿਅੰਕ ਪੀਠ ਪਰ ਬੈਠੇ। ਸੁੰਦਰ ਪਲੰਘਾ ਸੀ ਉਹਦੀ ਪਿੱਠ ਦੇ ਉੱਪਰ ਸਤਿਗੁਰੂ ਜੀ ਸਜੇ ਹਨ। ਲੈ ਕੇ ਸਿੱਖ ਗਨ ਹੋਏ ਇਕੱਠੇ। ਉਥੋਂ ਦੇ ਸਿੱਖ ਅਯੁੱਧਿਆ ਨਗਰੀ ਦੇ ਬਹੁਤੇ ਸਿੱਖ ਇਕੱਠੇ ਹੋਏ ਨੇ। ਸਭ ਸੇਵਾ ਹਿਤ ਚੱਲ ਕਰ ਆਏ। ਸਾਰੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਚੱਲ ਕੇ ਆਏ ਨੇ। ਚਾਵਰ ਚੂਨ ਕਰਤਾਦਿਕ ਲਿਆਏ। ਕੋਈ ਚੌਲ ਲੈ ਕੇ ਆਇਆ, ਆਟਾ ਲੈ ਕੇ ਆਏ, ਘਿਓ ਆਦਿਕ ਲੈ ਕੇ ਆਏ, ਸਾਰੀਆਂ ਵਸਤੂਆਂ। ਤਿਰਨ ਦਾਨਾ ਕਰ ਬਹੁਤ ਬਟੋਰਾ। ਇਸੇ ਤਰ੍ਹਾਂ ਤ੍ਰਿਣ ਘਾਹ ਆਦਿਕ ਤੇ ਦਾਣਾ ਘੋੜਿਆਂ ਵਾਸਤੇ ਇਹ ਬਹੁਤਾ ਇਕੱਤਰ ਕਰਨਾ ਕੀਤਾ। ਬੰਦੇ ਚਰਨ ਕਮਲ ਕੀ ਕਰ ਜੋਰਾ। ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦੇ ਹਨ। ਕੁਸ਼ਲ ਪ੍ਰਸ਼ਨ ਸੰਗਤ ਪ੍ਰਤ ਕੀਨਾ। ਇਸ ਤਰ੍ਹਾਂ ਸਿੱਖ ਸੰਗਤਾਂ ਦੇ ਪ੍ਰਥਾਏ ਸਤਿਗੁਰੂ ਜੀ ਨੇ ਰਾਜੀ ਖੁਸ਼ੀ ਪੁੱਛਣਾ ਕੀਤੀ ਤੇ ਦੱਸਣਾ ਕੀਤੀ। ਸੁਣ ਆਨੰਦ ਸਭ ਹਿਨ ਕੈ ਦੀਨਾ। ਸੁਣ ਕਰਕੇ ਸਤਿਗੁਰੂ ਜੀ ਦਾ ਬਚਨ ਸਾਰੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਆਨੰਦ ਪ੍ਰਸੰਨ ਹਾਂ। ਬੈਠੇ ਕਿਤਕ ਕਾਲ ਗੁਰ ਤੀਰ। ਕੁਝ ਕੁ ਸਮਾਂ ਸਤਿਗੁਰੂ ਜੀ ਦੇ ਕੋਲ ਬੈਠੇ ਹਨ। ਭਈ ਆਨ ਕਰ ਦੀਰਘ ਭੀਰ। ਇਸ ਤਰ੍ਹਾਂ ਸੰਗਤਾਂ ਦੀ ਬਹੁਤੀ ਭੀੜ ਹੋ ਗਈ, ਬਹੁਤਾ ਇਕੱਠ ਹੋ ਗਿਆ। ਹਰਕਤ ਸਭ ਦਰਸ਼ਨ ਕੋ ਕਰੈ। ਖੁਸ਼ੀ ਦੇ ਸਹਿਤ ਸਾਰੇ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਹਨ। ਜਥਾ ਸ਼ਕਤ ਭੇਟਨ ਕੋ ਧਰੈ। ਜਥਾ ਸ਼ਕਤ ਸਮਰੱਥਾ ਦੇ ਅਨੁਸਾਰ ਭੇਟਾ ਅਰਪਣ ਕਰਦੇ ਹਨ। ਇਤਨੇ ਮੈਂ ਬੰਦਰ ਗਨ ਆਏ। ਇੰਨੇ ਚਿਰ ਨੂੰ ਕੀ ਵੇਖਦੇ
ਕਿ ਬਹੁਤੇ ਬਾਂਦਰ ਆ ਗਏ ਹਨ। ਤਿਨ ਕੋ ਦੇਖ ਪ੍ਰਭੂ ਬਿਖਸ਼ਾਏ। ਉਹਨਾਂ ਨੂੰ ਵੇਖ ਕਰਕੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਏ ਹਨ। ਨਿਕਟ ਹੈਰ ਬਹਿਤ ਤਮਾਸ਼ਾ। ਉਸ ਵੇਲੇ ਆਪਣੇ ਲਾਗੇ ਤਮਾਸ਼ਾ ਵੇਖਣ ਵਾਸਤੇ ਸਨੇ ਗਰਾਵਤ ਭੇ ਤਿਨ ਪਾਸਾ। ਸਤਿਗੁਰੂ ਜੀ ਉਹਨਾਂ ਵੱਲ ਨਾ ਛੋਲੇ ਸੁੱਟਦੇ ਹਨ। ਕਹਿ ਬਹਿਤ ਧਾਏ ਮਿਲ ਗਏ। ਉਹ ਨਾ ਛੋਲੇ ਫੜਨ ਵਾਸਤੇ ਭੱਜ ਕੇ ਆਏ, ਸਾਰੇ ਇਕੱਠੇ ਹੋ ਗਏ। ਉਹ ਆਪ ਸਮੈ ਲਰਤੇ ਤੇ ਭਏ। ਇਹਨਾਂ ਨੂੰ ਲਾਲਚ ਬੜਾ ਹੁੰਦਾ, ਜਿਹੜਾ ਬਾਂਦਰ ਹੁੰਦਾ ਨਾ, ਇਹਨੂੰ ਖਾਣ ਵਾਲੀ ਚੀਜ਼ ਇਕੱਠੀ ਕਰਨ ਦਾ ਬਹੁਤਾ ਲਾਲਚ, ਤੇ ਕਈ ਆਪਸ ਵਿੱਚ ਲੜੀ ਜਾਂਦੇ ਹਨ। ਤਬ ਸਤਿਗੁਰ ਗੁੜ ਕੋ ਮਗਵਾਏ। ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਗੁੜ ਮੰਗਵਾਇਆ ਹੈ। ਵਿਖਨ ਲੜਾਈ ਦਿਓ ਤਰਾਏ। ਇਹਨਾਂ ਦੀ ਲੜਾਈ ਵੇਖਣ ਵਾਸਤੇ ਗੁੜ ਰਖਾ ਦਿੱਤਾ। ਦਪ ਕਪ ਕੂਦ ਪ੍ਰੇਬ ਬਲਵੰਤੇ। ਉਸ ਵੇਲੇ ਜਿਹੜੇ ਬਹੁਤੇ ਤਗੜੇ ਬਾਂਦਰ ਇੱਕ ਦੂਜੇ ਦੇ ਉੱਪਰ ਕੁੱਦ ਕੇ ਪੈਂਦੇ ਹਨ ਵੀ ਮੈਂ ਫੜ ਲਾਂ ਗੁੜ ਦੀ ਪੇਸੀ, ਕੋਈ ਉਹ ਦੂਜੇ ਦਾ ਖਿਆਲ ਵੀ ਮੈਨੂੰ ਮਿਲ ਜਾਵੇ ਖਾਣ ਨੂੰ। ਇੱਕ ਕਾਟਤ ਇੱਕ ਭਾਜ ਚਲੰਤੇ। ਇੱਕ ਦੂਜੇ ਨੂੰ ਵੱਢਦੇ, ਦੰਦੀਆਂ ਵੱਢਦੇ ਨੇ, ਤੇ ਜਿਹੜੇ ਕਮਜ਼ੋਰ ਉਹ ਭੱਜ ਜਾਂਦੇ ਅੱਗੇ ਲੱਗ ਕੇ। ਇੱਕ ਚੀਕਤ ਬੜ ਸ਼ਬਦ ਉਠਾਵੇ। ਇੱਕ ਚੀਕਦੇ ਨੇ, ਬਹੁਤੀ ਉੱਚੀ ਰੌਲਾ ਪਾਉਂਦੇ ਹਨ। ਇੱਕ ਲੜ ਪਰੇ ਸ਼ੀਨ ਇੱਕ ਖਾਵੇ। ਇੱਕ ਲੜਦੇ ਪਏ, ਅੱਗੋਂ ਖੋ ਕੇ ਖਾਂਦੇ ਇੱਕ ਦੂਜੇ ਤੋਂ। ਦੰਦ ਨਖਨ ਕੇ ਕਰੇ ਪ੍ਰਹਾਰਾ। ਦੰਦਾਂ ਤੇ ਨੌਵਾਂ ਦੇ ਨਾਲ ਇੱਕ ਦੂਜੇ ਤੇ ਪ੍ਰਹਾਰ ਕਰਦੇ ਹਨ। ਵਿਖਸ਼ੋ ਸ਼ਰੋਨਤਾ ਕਿਸ ਤਨ ਫਾਰਾ। ਇਸ ਤਰ੍ਹਾਂ ਕਿਸੇ ਦਾ ਸਰੀਰ ਪਾਟ ਗਿਆ, ਉਹਦੇ ਲਹੂ ਵਗਦਾ ਪਿਆ ਹੈ। ਬਦਨਾਨ ਤੰਬ ਲਾਲ ਜਿਨ ਰੰਗ। ਜਿਨ੍ਹਾਂ ਦੇ ਪਿਛਵਾੜੇ ਤੇ ਮੂੰਹ ਲਾਲ ਹਨ। ਕ੍ਰੋਧ ਤੇ ਆਵਤ ਮੈਂ ਕਰ ਜੰਗ। ਬਹੁਤੇ ਗੁੱਸੇ ਦੇ ਨਾਲ ਆਪਸ ਵਿੱਚ ਜੰਗ ਕਰਦੇ, ਲੜਦੇ ਪਏ ਹਨ। ਦੇਖ ਦੇਖ ਸ੍ਰੀ ਗੁਰ ਬਿਖਸ਼ਾਵੇ। ਵੇਖ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਹਨ। ਮਾਤਲ ਸੰਗ ਕਹੇ ਦਿਖਰਾਵੇ। ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਕਹਿੰਦੇ ਹਨ ਤੇ ਵਿਖਾਉਂਦੇ ਹਨ, ਕਹਿੰਦੇ ਵੇਖੋ ਇਹਨਾਂ ਵੱਲ। ਦੋਇ ਘਟਕਾ ਲਗ ਪਰਚੇ ਰਹੇ। 2 ਘੜੀਆਂ ਤੱਕ ਉਹਨਾਂ ਬਾਂਦਰਾਂ ਦੇ ਨਾਲ ਪਰਚੇ ਰਹੇ। ਤੁਤ ਵਿਚਰਤਾ ਪੁਨ ਥਿਰ ਬਹੇ। ਇੱਧਰ ਉੱਧਰ ਵਿਚਰ ਕੇ ਨਾ ਫਿਰ ਸਤਿਗੁਰੂ ਜੀ ਕੋਈ ਸਮਾਂ ਬੈਠ ਗਏ ਹਨ। ਜਥਾ ਜੋਗ ਸੰਗਤ ਕੇ ਸਾਥ। ਜਥਾ ਜੋਗ ਸਾਰੀਆਂ ਸੰਗਤਾਂ ਦੇ ਨਾਲ। ਕਿਰਪਾ ਕਰਤ ਬੋਲੇ ਗੁਰਨਾਥ। ਕਿਰਪਾ ਕਰਦੇ ਹੋਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਹਨ। ਸੰਧਿਆ ਭਈ ਸੋ ਭੋਜਨ ਭਇਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਾਮਾਂ ਦੇ ਸਮੇਂ ਦਾ ਲੰਗਰ ਤਿਆਰ ਹੋਇਆ। ਸੂਪਕਾਰ ਪਰ ਥਾਰੇ ਲਿਓ। ਸੂਪਕਾਰ ਨੇ ਥਾਲ ਜਿਹੜਾ ਸੀ ਪਰੋਸ ਲੈਣਾ ਕੀਤਾ ਭੋਜਨ ਉਸ ਵਿੱਚ। ਆਨੇ ਚਾਵਨ ਕਰ ਤ੍ਰਿਪਤਾਏ। ਆਣ ਕਰਕੇ ਗੁਰੂ ਸਾਹਿਬ ਜੀ ਨੂੰ ਭੋਜਨ ਛਕਾਉਣਾ ਕੀਤਾ ਹੈ। ਭਈ ਜਾਮਨੀ ਗੁਰ ਸੁਪਤਾਏ। ਰਾਤ ਪਈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਹਨ। ਪਹਿਰੂਦਾਰ ਖਰੇ ਹੋਏ ਰਹੇ। ਪਹਿਰੇਦਾਰ ਜਿਹੜੇ ਨੇ ਨਾ ਉਹ ਖਲੋਤੇ ਹੋਏ ਹਨ। ਸਗਰੀ ਵਸਤ ਸੋ ਚੇਤੀ ਲਏ। ਸਾਰੀਆਂ ਵਸਤੂਆਂ ਤੇ ਧਿਆਨ ਰੱਖਦੇ, ਨਿਗਾਹ ਰੱਖਦੇ ਹਨ। ਉਹਨੇ ਅਪਰਾਧ ਕੋ ਜਾਗ ਇਸ਼ਨਾਨੇ। ਉਹਨਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਸਤਿਗੁਰੂ ਜੀ ਨੇ। ਕਰ ਤਿਆਰੀ ਮਾਰਗ ਪ੍ਰਸਥਾਨੇ। ਇੱਥੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤਿਆਰੀ ਕਰਕੇ ਤੇ ਰਸਤੇ ਤੇ ਚੱਲ ਪਏ ਹਨ। ਗ੍ਰਾਮ ਨਗਰ ਮਗ ਕੋ ਉਲਗੰਤੇ। ਇਸ ਤਰ੍ਹਾਂ ਜਿਹੜੇ ਵੀ ਰਸਤੇ ਦੇ ਵਿੱਚ ਨਗਰ ਆਉਂਦੇ, ਕਸਬੇ ਆਉਂਦੇ, ਲੰਘਦੇ ਹਨ, ਉਹਨਾਂ ਨੂੰ ਵੇਖਦੇ ਹੋਏ ਸਨੇ ਸਨੇ ਸੁਖ ਸਹਿਤ ਚਲੰਤੇ। ਹੌਲੀ ਹੌਲੀ ਬੜੇ ਸੁੱਖ ਦੇ ਨਾਲ ਚੱਲਦੇ ਜਾ ਰਹੇ ਹਨ। ਹਰਿਦੁਆਰ ਸ੍ਰੀ ਗੰਗਾ ਜਹਾਂ। ਇਸ ਤਰ੍ਹਾਂ ਹਰਿਦੁਆਰ ਜਿੱਥੇ ਗੰਗਾ ਦਾ ਪ੍ਰਵਾਹ ਚੱਲਦਾ ਹੈ। ਚਲ ਕਰ ਆਏ ਪਹੁੰਚੇ ਤਾਹਾਂ। ਚੱਲ ਕਰਕੇ ਸਤਿਗੁਰੂ ਜੀ ਉੱਥੇ ਆਣ ਪਹੁੰਚੇ ਹਨ। ਮਯਾਪੁਰੀ ਕੋ ਮਹਾ ਮਹਾਤਮ। ਮਯਾਪੁਰੀ ਦਾ ਜੋ ਬਹੁਤਾ ਮਹਾਤਮ ਹੈ। ਦਰਸ਼ਨ ਪਰਸਨ ਤੇ ਸੁਧ ਆਤਮ। ਦਰਸ਼ਨ ਪਰਸਨ ਕਰਨ ਨਾਲ ਆਤਮ ਸ਼ੁੱਧ ਹੁੰਦੀ ਹੈ। ਉਤਰਿਓ ਸਿਵਰ ਗੁਰੂ ਕੋ ਆਏ। ਇੱਥੇ ਆਣ ਕੇ ਗੁਰੂ ਸਾਹਿਬ ਜੀ ਦਾ ਡੇਰਾ
ਉਤਾਰਾ ਕੀਤਾ ਸਤਿਗੁਰੂ ਜੀ ਨੇ। ਸੁਣ ਕਰ ਸਿੱਖ ਕੈ ਜੇ ਉਰ ਹਰ ਖਾਏ। ਸੁਣ ਕਰਕੇ ਜਿੰਨੇ ਸਿੱਖ ਸਨ ਸਾਰਿਆਂ ਦੇ ਹਿਰਦੇ ਖੁਸ਼ ਹੋ ਗਏ ਸਤਿਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ। ਦਰਸ਼ਨ ਦੇਖ ਦੇਖ ਸੁਖ ਪਾਇਓ। ਆਏ ਗੁਰੂ ਸਾਹਿਬ ਜੀ ਦੇ ਕੋਲ ਸਤਿਗੁਰੂ ਜੀ ਦਾ ਦਰਸ਼ਨ ਕਰ ਕਰਕੇ ਬਹੁਤਾ ਸੁਖ ਪ੍ਰਾਪਤ ਕੀਤਾ। ਯਥਾ ਸ਼ਕਤ ਕਰ ਦਰਬ ਚੜਾਇਓ। ਆਪਣੀ ਸਮਰੱਥਾ ਦੇ ਅਨੁਸਾਰ ਮਾਇਆ ਅਰਪਣ ਕਰਨਾ ਕੀਤੀ ਹੈ। ਅਪਰ ਸੇਵਕੋ ਕਰੀ ਸੰਭਾਰਨ। ਹੋਰ ਵੀ ਜੋ ਸੇਵਾ ਸੀ ਨਾ ਉਹ ਵੀ ਸੰਗਤਾਂ ਨੇ ਸੰਭਾਲ ਲੈਣਾ ਕੀਤੀ। ਅਪਰ ਲੋਕ ਬਹੁ ਕਰਤ ਨਿਹਾਰਨ। ਹੋਰ ਵੀ ਬਹੁਤ ਸਾਰੇ ਲੋਕ ਵੇਖਦੇ ਪਏ ਹਨ। ਨਿਸਾ ਕੀਨ ਬਿਸਰਾਮ ਗੁਸਾਈ। ਰਾਤ ਦੇ ਸਮੇਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਕਰਨਾ ਕੀਤਾ ਹੈ। ਰਾਤ ਉਠੇ ਕਰ ਸੋਚ ਸਬਾਈ। ਜਦੋਂ ਪਰਾਤ ਹੋਈ ਦਿਨ ਚੜਿਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੌਚ ਦੀ ਕਿਰਿਆ ਦਾਤਨ ਕੁਰਲਾ ਸ਼ਕੇਤ ਪਾਣੀ ਜਾਣਾ ਇਹਨੂੰ ਸੌਚ ਦੀ ਕਿਰਿਆ ਕਹਿੰਦੇ ਹਨ। ਫਿਰ ਸਤਿਗੁਰੂ ਜੀ ਨੇ ਇਸ਼ਨਾਨ ਕਰਨਾ ਕੀਤਾ। ਸੁਰਸਰ ਪਾਵਨ ਜਲ ਮੈਂ ਮੱਜੈ। ਗੰਗਾ ਜਿਹੜੀ ਨਦੀ ਹੈ ਉਸ ਦੇ ਪਾਵਨ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਨਾ ਕੀਤਾ ਹੈ। ਇਸ ਬਰਸੇ ਸਭ ਕੀ ਅਗ ਭਜੈ। ਜਿਹਨੂੰ ਪਾਪ ਨਾਸ਼ ਨਹੀਂ ਕਿਹਾ ਜਾਂਦਾ ਜਿਹਦੇ ਸਪਰਸ਼ ਕਰਨ ਨਾਲ ਪਾਪ ਨਾਸ਼ ਹੁੰਦੇ ਹਨ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆਪ ਪਵਿੱਤਰ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੀਰਥਾਂ ਦੇ ਵੀ ਪਾਪ ਨਾਸ਼ ਕਰ ਦੇਣ ਵਾਲੇ ਹਨ। ਐਸੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ। ਇੱਥੋਂ ਤੱਕ ਕਿ ਅੱਜ ਦੀ ਕਥਾ ਦਾ ਪ੍ਰਸੰਗ ਆਇਆ। ਇਸ ਤੋਂ ਅੱਗੇ ਕਿਵੇਂ ਸਤਿਗੁਰੂ ਜੀ ਅੱਗੇ ਜਾਣਗੇ ਉਹ ਪ੍ਰਸੰਗ ਕੱਲ ਦੀ ਕਥਾ ਵਿੱਚ ਕਵੀ ਜੀ ਬਿਆਨ ਕਰਨਗੇ। ਸਤਿਗੁਰੂ ਜੀ ਦਾ ਜਸ ਵਡਿਆਈ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।